ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1428 ਤੇ 40 ਨੰਬਰ ਤੋਂ ਬਾਅਦ ਹੈ। ਝੂਠੈ ਮਾਨ ਕਹਾ ਕਰੈ। ਖੈਰ ਕਰਨਾ, ਇਹਨੂੰ ਕਹਾਂ ਕਰੈ ਨਹੀਂ ਪੜ੍ਹਨਾ, ਕਹਾ ਕਰਨ। ਕਹਾਂ ਦੇ ਦੋ ਅਰਥ ਹੁੰਦੇ ਨੇ। ਜੇ ਗੁਰਬਾਣੀ ਦੀ ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਕਹਾਂ ਮੈਨੇ ਆਖਾਂ। ਦੂਸਰਾ ਕਹਾਂ ਦਾ ਅਰਥ ਹੁੰਦਾ ਆਪ ਕਹਾਂ ਜਾ ਰਹੇ ਹੋ, ਕਿੱਥੇ ਜਾ ਰਹੇ ਹੋ, ਕਹਾਂ ਸੇ ਆਏ ਹੋ, ਕਿੱਥੋਂ ਆਏ ਹੋ। ਕਹਾਂ ਦੇ ਦੋ ਹੀ ਅਰਥ ਹੁੰਦੇ ਨੇ। ਇੱਕ ਹੁੰਦਾ ਕਹਿਣਾ, ਦੂਸਰਾ ਹੁੰਦਾ ਕਿੱਥੋਂ। ਕਹਾ ਦੇ ਤਿੰਨ ਅਰਥ ਹੁੰਦੇ ਨੇ, ਕੀ, ਕਿਉਂ, ਕਿਵੇਂ। ਇੱਥੇ ਕਿੱਥੇ ਤੋਂ ਭਾਵ ਨਹੀਂ ਹੈ। ਝੂਠ ਹੈ, ਇਹਨੂੰ ਝੂਠਾ ਪੜ੍ਹਨਾ, ਝੂਠੇ ਨਹੀਂ ਪੜ੍ਹਦੇ। ਝੂਠੇ ਦੇ ਹੋਰ ਅਰਥ ਹੁੰਦੇ, ਝੂਠ ਹੈ ਹੋਰ ਅਰਥ ਹੁੰਦੇ। ਝੂਠੈ ਮਾਨ ਕਹਾ ਕਰੈ, ਰਾਰੇ ਦਲਾਵਾਂ ਬਿੰਦੀ, ਕਿਉਂਕਿ ਇਸ ਦੇ ਵਿੱਚ ਆਇਆ ਤੇਰੋ ਨਹੀਂ। ਜਦੋਂ ਕਿਸੇ ਲਾਈਨ ਵਿੱਚ ਮੈਂ ਜਾਂ ਤੂੰ ਆ ਜੇ ਤਾਂ ਜਿਹੜੀ ਕਿਰਿਆ ਹੁੰਦੀ ਹੈ ਇਹ ਨੱਕ ਰਾਹੀਂ ਬੋਲੀ ਜਾਂਦੀ ਹੈ। ਇਸ ਲਈ ਕਰੈ ਨੂੰ ਪੜਾਂਗੇ ਕਰੈ। ਝੂਠੈ ਮਾਨ ਕਹਾ ਕਰੈ, ਜਗ ਸੁਪਨੇ ਜਿਉ ਜਾਨ। ਇਨ ਮੈਂ ਕਛੁ ਤੇਰੋ ਨਹੀਂ, ਨਾਨਕ ਕਹਿਓ ਬਖਾਨ। ਝੂਠ ਹੈ, ਇਹ ਝੂਠੀਆਂ ਚੀਜ਼ਾਂ, ਨਾਸ਼ਵਾਨ ਚੀਜ਼ਾਂ। ਝੂਠਾ ਦਾ ਮਤਲਬ ਹੈ ਨਾਸ਼ਵਾਨ ਚੀਜ਼ਾਂ, ਜਿਨ੍ਹਾਂ ਨੇ ਸਦਾ ਨਹੀਂ ਰਹਿਣਾ। ਕਿਉਂ ਗੁਰਬਾਣੀ ਜੀ ਜੋ ਆਇਆ ਸੋ ਚਲ ਸੀ, ਜੋ ਵੀ ਸੰਸਾਰ 'ਚ ਉਹਨੇ ਜਾਣਾ। ਕੋਈ ਵੀ ਚੀਜ਼ ਤੁਸੀਂ ਦੇਖ ਲਓ, 84 ਲੱਖ ਜੂਨੀਆਂ ਵੇਖ ਲਓ। ਆ ਦਰਖਤ ਨੇ ਇੱਕ ਦਿਨ ਇਹ ਵੀ ਖਤਮ ਹੋ ਜਾਣਾ। ਦਰਖਤ ਬਹੁਤ ਬੁੱਢਾ ਹੁੰਦਾ, ਟੁੱਟ ਜਾਂਦਾ, ਡਿੱਗ ਪੈਂਦਾ, ਮਰ ਜਾਂਦਾ ਹੈ। ਆਪਾਂ ਬੀਜ ਬੀਜਿਆ, ਦਰਖਤ ਬਣਿਆ, ਸਮਾਂ ਪਾ ਕੇ ਉਹ ਵੀ ਖਤਮ ਹੋ ਗਿਆ। ਜਿਹੜੀ ਚੀਜ਼ ਬਿਨਸ ਜਾਣ ਵਾਲੀ ਹੈ ਉਸ ਨੂੰ ਗੁਰਬਾਣੀ ਜੀ ਕਹੇ ਝੂਠ ਹੈ। ਝੂਠ ਹੈ। ਝੂਠੀਆਂ ਚੀਜ਼ਾਂ ਦਾ, ਨਾਸ਼ਵਾਨ ਚੀਜ਼ਾਂ ਦਾ ਮਾਨ ਹੁੰਦਾ, ਹੰਕਾਰ। ਹੇ ਇਨਸਾਨ, ਤੂੰ ਨਾਸ਼ਵਾਨ ਚੀਜ਼ਾਂ ਦਾ ਹੰਕਾਰ ਕਿਉਂ ਕਰਦਾ ਹੈ? ਕਹਾ ਕਰੈਂ, ਕਿਉਂ ਕਰਦਾ ਹੈ? ਤੂੰ ਝੂਠੀਆਂ ਚੀਜ਼ਾਂ ਦਾ ਮਾਨ ਕਿਉਂ ਕਰਦਾ ਹੈ? ਜਗ ਸੁਪਨੇ ਜਿਉਂ ਜਾਨ। ਸੰਸਾਰ ਨੂੰ ਤੇ ਸੰਸਾਰਕ ਚੀਜ਼ਾਂ ਨੂੰ ਸੁਪਨੇ ਦੀ ਤਰ੍ਹਾਂ ਸਮਝ। ਜਿਵੇਂ ਜਦੋਂ ਆਪਾਂ ਨੂੰ ਸੁਪਨਾ ਆਉਂਦਾ ਹੈ, ਉਸ ਵਿੱਚ ਜੋ ਆਪਾਂ ਨੂੰ ਦਿਸਦਾ ਹੈ, ਜੋ ਆਪਣੇ ਨਾਲ ਬੀਤਦਾ ਹੈ, ਉਸ ਵੇਲੇ ਸੱਚ ਲੱਗਦਾ ਹੈ, ਇਹ 'ਚ ਕੋਈ ਸ਼ੱਕ ਨਹੀਂ। ਪਰ ਜਿਉਂ ਹੀ ਸੁਪਨਾ ਟੁੱਟਦਾ ਹੈ, ਫਿਰ ਪਤਾ ਉਹਦੇ ਸਾਰੇ ਝੂਠ ਸੀ, ਉਹਦਾ ਸੁਪਨਾ ਸੀ, ਉਹ ਅਸਲੀਅਤ ਨਹੀਂ ਸੀ, ਉਹ ਤਾਂ ਸੁਪਨਾ ਸੀ। ਇਸ ਤਰ੍ਹਾਂ ਸੰਸਾਰ ਦੀਆਂ ਜਿੰਨੀਆਂ ਚੀਜ਼ਾਂ ਨੇ, ਜਿਵੇਂ ਸੁਪਨਾ ਸਮਾਂ ਪਾ ਕੇ ਟੁੱਟ ਜਾਂਦਾ ਹੈ, 5 ਮਿੰਟ, 10 ਮਿੰਟ, 20 ਮਿੰਟ ਆਏਗਾ, ਵੱਧ ਤੋਂ ਵੱਧ ਸੁਪਨਾ ਟੁੱਟ ਜਾਏਗਾ। ਫਿਰ ਪਤਾ ਲੱਗੇਗਾ ਕਿ ਸੁਪਨੇ ਵਿੱਚ ਜੋ ਕੁਛ ਮੇਰੇ ਨਾਲ ਹੋਇਆ ਜਾਂ ਮੈਂ ਦੇਖਿਆ, ਉਹ ਤਾਂ ਐਵੇਂ ਹੀ ਸੀ, ਉਹ ਸੱਚ ਨਹੀਂ ਸੀ। ਇਸ ਲਈ ਕਹਿੰਦੇ ਸੰਸਾਰ ਨੂੰ ਤੂੰ ਸੁਪਨਾ ਸਮਝ। ਜਿਵੇਂ ਸੁਪਨਾ ਸੱਚ ਨਹੀਂ ਹੁੰਦਾ, ਇਸ ਤਰ੍ਹਾਂ ਇਹ ਸੰਸਾਰਕ ਦੀਆਂ ਸਾਰੀਆਂ ਚੀਜ਼ਾਂ ਸੱਚ ਨਹੀਂ ਹਨ, ਇਹ ਖਤਮ ਹੋ ਜਾਣ ਵਾਲੀਆਂ ਹਨ, ਇਹ ਬਿਨਸ ਜਾਣ ਵਾਲੀਆਂ ਹਨ।
ਕਹਿੰਦੇ ਇਨ ਮੈਂ ਕਛੁ ਤੇਰੋ ਨਹੀਂ, ਇਹਨਾਂ 'ਚ ਕੋਈ ਚੀਜ਼ ਵੀ ਤੇਰੀ ਨਹੀਂ। ਕਿਉਂ ਜੇ ਤੇਰੀ ਹੁੰਦੀ ਤਾਂ ਤੂੰ ਮਰਨ ਵੇਲੇ ਨਾਲ ਲੈ ਜਾਂਦਾ। ਹੇ ਇਨਸਾਨ, ਇਹ ਜਿਹੜਾ ਤੇਰਾ ਸਰੀਰ ਹੈ ਨਾ, ਇਹ ਵੀ ਤੇਰਾ ਨਹੀਂ, ਨਹੀਂ ਤਾਂ ਮਰਨ ਵੇਲੇ ਤੂੰ ਸਰੀਰ ਸਮੇਤ ਹੀ ਚਲਾ ਜਾਂਦਾ। ਜਿਹੜਾ ਤੇਰਾ ਸਰੀਰ ਹੈ ਇਹ ਵੀ ਤੇਰਾ ਨਹੀਂ। ਹੇ ਇਨਸਾਨ, ਜੋ ਕੁਛ ਤੇਰੇ ਕੋਲੇ ਹੈ ਇਹ ਸਭ ਪਰਮਾਤਮਾ ਦਾ ਦਿੱਤਾ ਹੋਇਆ, ਤੇਰਾ ਨਹੀਂ ਹੈ ਅਤੇ ਤੇਰੇ ਨਾਲ ਵੀ ਨਹੀਂ ਜਾਣਾ। ਇਹ ਤਾਂ ਜਿੰਨਾ ਸਮਾਂ ਤੂੰ ਜਿਉਣਾ ਉਹਨਾਂ ਸਮਾਂ ਵਰਤਣ ਲਈ ਤੈਨੂੰ ਮਿਲਿਆ ਹੋਇਆ ਹੈ। ਇਹ ਸਭ ਝੂਠ ਹੈ। ਸੱਚ ਉਹ ਹੁੰਦਾ ਜਿਹੜਾ ਸਦਾ ਰਹੇ। ਸੱਚ ਉਹ ਹੁੰਦਾ ਜਿਹੜਾ ਸਦਾ ਰਹੇ, ਤੇ ਸਦਾ ਦੇ ਨਾਮ ਨੇ ਰਹਿਣਾ। ਸਦਾ ਨਾਮ ਰਹਿੰਦਾ। ਇਸ ਲਈ ਇਹ ਜਿਹੜੀਆਂ ਝੂਠੀਆਂ ਚੀਜ਼ਾਂ ਸੰਸਾਰ ਦੀਆਂ, ਇਹਨਾਂ 'ਤੇ ਤੂੰ ਕਿਉਂ ਮਾਣ ਕਰਦਾ? ਇਹ ਸੰਸਾਰ ਨੂੰ ਤੂੰ ਸੁਪਨੇ ਤਰ੍ਹਾਂ ਸਮਝ ਵੀ ਤਾਂ ਸੁਪਨਾ ਹੈ। ਜਿਵੇਂ ਸੁਪਨੇ ਟੁੱਟਣ ਤੋਂ ਬਾਅਦ ਸਭ ਕੁਝ ਝੂਠਾ ਹੁੰਦਾ, ਐਂ ਜਦੋਂ ਤੈਨੂੰ ਗਿਆਨ ਹੋਵੇਗਾ ਤੂੰ ਜਿਉਂਦੇ ਜੀ ਇਸ ਸੁਪਨੇ 'ਚ ਜਾਗੇਂਗਾ। ਧਿਆਨ ਦੇਣਾ, ਮਰ ਕੇ ਤਾਂ ਅਸੀਂ ਜਾਗਣਾ ਹੀ ਜਾਗਣਾ। ਜਦੋਂ ਅਸੀਂ ਮਰ ਜਾਵਾਂਗੇ ਇਹਦਾ ਮਤਲਬ ਸਾਡਾ ਸੁਪਨਾ ਟੁੱਟ ਗਿਆ ਹੈ, ਹੋਰ ਕੁਛ ਨਹੀਂ। 60 ਸਾਲ 70 ਸਾਲ 80 ਸਾਲ 90 ਸਾਲ ਜਿੰਨਾ ਸਮਾਂ ਅਸੀਂ ਜਿਵੇਂ ਉਹ ਸਾਰੇ ਹੀ ਸੁਪਨਾ ਸੀ। ਮਰਨ ਤੋਂ ਬਾਅਦ ਪਤਾ ਲੱਗਦਾ ਹੈ, ਓਹੋ ਇਹ ਤਾਂ ਸਾਰਾ ਸੁਪਨਾ ਸੀ, ਮੈਂ ਐਵੇਂ ਹੀ ਔਖਾ ਹੋਈ ਗਿਆ, ਇੰਨਾ ਔਖਾ ਹੋਈ ਗਿਆ ਮੈਂ। ਕਈਆਂ ਦਾ ਜਿਉਂਦਿਆਂ ਹੀ ਸੁਪਨਾ ਟੁੱਟ ਜਾਂਦਾ ਹੈ। ਉਹ ਕਿਹਨਾਂ ਦਾ ਟੁੱਟਦਾ? ਜਿਨ੍ਹਾਂ ਨੂੰ ਬ੍ਰਹਮ ਗਿਆਨ ਹੋ ਜਾਂਦਾ ਹੈ, ਜਿਨ੍ਹਾਂ ਰੱਬ ਦਾ ਗਿਆਨ ਹੋ ਜਾਂਦਾ ਨਾ, ਉਹਨਾਂ ਦਾ ਜਿਉਂਦੇ ਜੀ ਹੀ ਸੁਪਨਾ ਟੁੱਟ ਜਾਂਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਦਾ ਜਿਉਂਦੇ ਜੀ ਹੀ ਸੁਪਨਾ ਟੁੱਟਿਆ ਹੋਇਆ ਸੀ। ਉਹ ਸੁਪਨਾ ਟੁੱਟਿਆ ਹੋਇਆ ਸੀ ਅਤੇ ਅਸੀਂ ਸੁਪਨੇ ਦੇ ਵਿੱਚ ਹਾਂ। ਅਤੇ ਉਹ ਕਹਿੰਦੇ ਨਹੀਂ, ਤੂੰ ਅਸਲੀਅਤ 'ਚ ਨਹੀਂ ਜਿਉਂ ਰਿਹਾ, ਤੂੰ ਤਾਂ ਸੁਪਨੇ 'ਚ ਜਿਉਂ ਰਿਹਾ ਹੈ। ਤੂੰ ਸੁਪਨੇ ਦੇ ਵਿੱਚ ਹੈ। ਇਹ ਸੰਸਾਰ ਇੱਕ ਸੁਪਨਾ ਹੈ, ਇਹ ਸੱਚ ਨਹੀਂ ਹੈ, ਇਹ ਸਦਾ ਰਹਿਣ ਵਾਲਾ ਨਹੀਂ ਹੈ। ਇੱਕ ਦਿਨ ਇਹ ਸੁਪਨਾ ਟੁੱਟ ਜਾਣਾ ਹੈ। ਉਹਨਾਂ ਦਾ ਬ੍ਰਹਮ ਗਿਆਨੀ ਦਾ ਸੁਪਨਾ ਜਿਉਂਦੇ ਹੀ ਟੁੱਟਿਆ ਹੁੰਦਾ। ਜੋ ਇਹ ਸੁਪਨਾ ਟੁੱਟਦਾ ਉਹਦਾ ਮੋਹ ਹੀ ਖਤਮ ਹੋ ਜਾਂਦਾ ਵੀ ਇਹ ਤਾਂ ਸਭ ਝੂਠ ਹੈ, ਇਹ ਤਾਂ ਸਭ ਝੂਠ ਹੈ। ਇਹਦੇ ਮਗਰ ਔਖੇ ਹੋਣ ਦੀ ਕੀ ਲੋੜ ਹੈ? ਉਸ ਤੋਂ ਬਾਅਦ ਫਿਰ ਬ੍ਰਹਮ ਗਿਆਨੀ ਦਿਨ ਰਾਤ ਨਾਮ ਜਪਦਾ ਹੈ। ਉਹਨੂੰ ਪਤਾ ਲੱਗ ਗਿਆ ਕਿ ਸਦਾ ਰਹਿਣ ਵਾਲੀ ਇੱਕੋ ਚੀਜ਼ ਹੈ, ਨਾਮ ਹੈ। ਨਾਮ ਨੇ ਹੀ ਨਾਲ ਜਾਣਾ, ਨਾਮ ਨੇ ਹੀ ਮੇਰੀ ਥਾਂ ਥਾਂ 'ਤੇ ਸਹਾਇਤਾ ਕਰਨੀ ਹੈ। ਇਸ ਲਈ ਜਿਨ੍ਹਾਂ ਦੇ ਸੁਪਨੇ ਟੁੱਟੇ ਹੋਏ ਨੇ, ਅੱਜ ਜਿਨ੍ਹਾਂ ਨੇ ਬਾਣੀ ਲਿਖੀ ਹੈ, ਉਹਨਾਂ ਦੇ ਸੁਪਨੇ ਟੁੱਟੇ ਹੋਏ ਸਨ, ਤਾਂ ਉਹਨਾਂ ਲਿਖਿਆ, ਅਸਲੀਅਤ ਲਿਖੀ ਉਹਨਾਂ ਨੇ। ਆਉਂਦਾ ਨਾ, ਘਰ ਹੀ ਬੈਠਿਆਂ ਸ਼ਹਿ ਮਿਲੇ ਜੇ ਨੀਅਤ ਰਾਸ ਕਰੇ। ਜੇ ਸਾਡਾ ਮਨ ਸਾਫ਼ ਹੋ ਜਾਏ, ਘਰ ਬੈਠੇ ਪਰਮਾਤਮਾ ਮਿਲ ਸਕਦਾ ਹੈ। ਇਹ ਨਾ ਸੋਚੋ ਕਿ ਗੁਰਦੁਆਰੇ ਜਾਣ ਨਾਲ ਹੀ ਰੱਬ ਮਿਲੇਗਾ ਜਾਂ ਮੰਦਰ ਜਾਣ ਨਾਲ ਮਿਲੇਗਾ। ਐਵੇਂ ਭੁਲੇਖਾ ਹੈ, ਭੁਲੇਖਾ ਹੈ। ਕੀ ਭਗਤ ਰਵਿਦਾਸ ਜੀ ਮੰਦਰ ਜਾਂਦੇ ਸਨ? ਇਹਨਾਂ ਤਾਂ ਵੜਨ ਨਹੀਂ ਸੀ ਦਿੰਦੇ, ਕਹਿੰਦੇ ਚਿਮਿਆਰ ਹੈ ਚੱਲ। ਕਬੀਰ ਸਾਹਿਬ ਨੂੰ ਮੰਦਰ 'ਚ ਨਹੀਂ ਸਨ ਵੜਨ ਦਿੰਦੇ। ਨਾਮਦੇਵ ਜੀ ਭੁਲੇਖੇ ਨਾਲ ਮੰਦਰ 'ਚ ਵੜ ਕੇ ਉਹਨਾਂ ਧੱਕੇ ਮਾਰ ਮਾਰ ਕੇ ਬਾਹਰ ਕੱਢਤਾ। ਇਹ ਮੰਦਰਾਂ 'ਚ ਨਹੀਂ ਗਏ, ਇਹਨਾਂ ਨੂੰ ਘਰ ਬੈਠੇ ਰੱਬ ਮਿਲ ਗਏ। ਜਿੰਨਾ ਧੱਕੇ ਮਾਰੇ ਉਹਨਾਂ ਦੀ ਨੀਅਤ ਠੀਕ ਨਹੀਂ ਸੀ, ਉਹ ਟੱਲੀਆਂ ਹੀ ਖੜਕਾਉਂਦੇ ਰਹਿ ਗਏ, ਸਾਰੀ ਉਮਰ ਰੱਬ ਨਹੀਂ ਮਿਲਿਆ। ਪਰ ਜਿਨ੍ਹਾਂ ਦੀ ਨੀਅਤ ਠੀਕ ਸੀ, ਜਿਹੜੇ ਮਨ ਦੇ ਬਿਲਕੁਲ ਸਾਫ਼ ਸਨ,
ਉਹਨਾਂ ਨੂੰ ਘਰ ਬੈਠੇ ਰੱਬ ਮਿਲ ਗਿਆ। ਇਸ ਲਈ ਕਿਸੇ ਭੁਲੇਖੇ 'ਚ ਨਹੀਂ ਰਹਿਣਾ ਕਿ ਫਲਾਣੇ ਥਾਂ 'ਤੇ ਮੈਨੂੰ ਰੱਬ ਮਿਲੇਗਾ, ਸ਼ਾਇਦ ਗੁਰਦੁਆਰੇ ਮੈਨੂੰ ਰੱਬ ਮਿਲੇਗਾ। ਚੋਰ ਚਾਹੇ 24 ਘੰਟੇ ਗੁਰਦੁਆਰੇ ਬੈਠਾ ਰਹੇ, ਉਹਨੂੰ ਨਹੀਂ ਰੱਬ ਮਿਲੇਗਾ। ਕਿਤੇ ਉਹ ਕਹੇ ਮੈਨੂੰ ਇੱਥੇ ਰੱਬ ਮਿਲ ਜਾਏ, ਕਿਉਂ? ਜਦੋਂ ਮੌਕਾ ਲੱਗਣਾ ਉਹਨੇ ਕਦੇ ਜੁੱਤੀ ਚੱਕ ਲੈਣੀ, ਕਦੇ ਚੱਪਲਾਂ ਚੱਕ ਲੈਣੀ, ਜਾਂ ਅੱਗੇ ਜਿਹੜਾ ਮੱਥਾ ਟੇਕੋ ਉਸ ਪੈਸੇ ਚੱਕ ਲੈਣੇ। ਇਸ ਲਈ ਕਿਉਂਕਿ ਉਹਦੀ ਨੀਅਤ ਨਹੀਂ ਠੀਕ ਹੈ। ਉਹ ਚਾਹੇ ਸਾਰਾ ਦਿਨ ਗੁਰਦੁਆਰੇ ਬੈਠਾ ਰਹੇ, ਗੁਰਦੁਆਰੇ ਸੇਵਾ ਕਰਦੇ, ਗੁਰਦੁਆਰੇ ਨੌਕਰੀ ਕਰਦਾ ਰਹੇ, ਅਗਰ ਨੀਅਤ ਠੀਕ ਨਹੀਂ ਹੈ, ਨਹੀਂ ਮਿਲੇਗਾ। ਅਗਰ ਨੀਅਤ ਠੀਕ ਨਹੀਂ, ਸਾਰਾ ਦਿਨ ਬਾਣੀ ਪੜ੍ਹਦੇ ਰਹੋ ਭਾਵੇਂ, ਰੱਬ ਨਹੀਂ ਮਿਲੇਗਾ। ਚੋਰਾਂ ਨੂੰ, ਡਾਕੂਆਂ ਨੂੰ, ਲਟੇਰਿਆਂ ਨੂੰ, ਠੱਗਾਂ ਨੂੰ, ਬਦਮਾਸ਼ਾਂ ਨੂੰ ਇਹਨਾਂ ਰੱਬ ਨਹੀਂ ਮਿਲਿਆ ਕਰਦਾ, ਕਿਉਂਕਿ ਇਹਨਾਂ ਦੀ ਨੀਅਤ ਹੀ ਠੀਕ ਨਹੀਂ ਹੈ। ਇਸ ਲਈ ਜਿਨ੍ਹਾਂ ਦੇ ਸੁਪਨੇ ਟੁੱਟ ਗਏ ਨੇ ਉਹ ਸਾਨੂੰ ਸਮਝਾ ਰਹੇ ਨੇ, ਝੂਠੈ ਮਾਨ ਕਹਾ ਕਰਨ ਜਗ ਸੁਪਨੇ ਜਿਉਂ ਜਾਣ। ਝੂਠੀਆਂ ਚੀਜ਼ਾਂ ਦਾ ਮਾਣ ਕਿਉਂ ਕਰਦਾ? ਇਹ ਸੰਸਾਰ ਨੂੰ ਅਤੇ ਸੰਸਾਰ ਦੀਆਂ ਚੀਜ਼ਾਂ ਨੂੰ ਸੁਪਨਾ ਸਮਝ, ਇਹਦਾ ਇੱਕ ਸੁਪਨਾ ਹੈ। ਸੁਪਨੇ ਸਭ ਕੁਝ ਝੂਠਾ ਹੁੰਦਾ। ਸੁਪਨੇ ਜੋ ਕੁਛ ਤੁਹਾਡੇ ਨਾਲ ਬੀਤਦਾ, ਸੁਪਨੇ ਟੁੱਟਣ ਤੋਂ ਬਾਅਦ ਸਭ ਕੁਝ ਝੂਠਾ ਹੁੰਦਾ। ਇਸ ਲਈ ਉਹਨਾਂ ਦਾ ਸੁਪਨਾ ਟੁੱਟ ਚੁੱਕਾ ਸੀ ਨੌਵੇਂ ਪਾਤਸ਼ਾਹ ਦਾ। ਉਹ ਤਾਂ ਸਾਨੂੰ ਕਹਿੰਦੇ ਨੇ ਵੀ ਤੁਸੀਂ ਵੀ ਆਪਣਾ ਸੁਪਨਾ ਤੋੜੋ, ਨਾ ਸੁਪਨੇ ਤੁਸੀਂ ਰਹੋ। ਇਨਮੈਂ ਕਛੁ ਤੇਰੋ ਨਹੀਂ, ਇਸ ਸੰਸਾਰ 'ਚ ਜੋ ਕੁਛ ਹੈ ਚ ਤੇਰਾ ਕੁਝ ਵੀ ਨਹੀਂ। ਨਾਨਕ ਕਹਿਓ ਬਖਾਨ, ਅਸੀਂ ਤੈਨੂੰ ਇਹ ਗੱਲ ਦੱਸਦੇ ਹਾਂ, ਅਸੀਂ ਵਰਣਨ ਕਰਦੇ ਹਾਂ, ਅਸੀਂ ਇਹ ਤੈਨੂੰ ਸਿੱਖਿਆ ਦਿੰਦੇ ਹਾਂ ਕਿ ਜਿਨ੍ਹਾਂ ਚੀਜ਼ਾਂ ਨਾਲ ਤੂੰ ਜੁੜਿਆ ਹੋਇਆ ਹੈ, ਜਿਨ੍ਹਾਂ ਨੂੰ ਤੂੰ ਸੱਚ ਸਮਝ ਰਿਹਾ, ਇਹਨਾਂ 'ਚ ਕੁਝ ਵੀ ਤੇਰਾ ਨਹੀਂ ਹੈ। ਇੱਥੇ ਹੀ ਛੱਡ ਛਡਾ ਕੇ ਤੁਰ ਜਾਣਾ। ਅੱਗੇ ਕਹਿੰਦੇ ਗਰਭ ਕਰਤ ਹੈ ਦੇਹ ਕੋ ਬਿਨ ਸਹਿ ਛਿਨ ਮੈਂ ਮੀਤ, ਜਿਹ ਪ੍ਰਾਣੀ ਹਰ ਜਸ ਕਹਿਓ ਨਾਨਕ ਤਿਹ ਜਗ ਜੀਤ। ਗਰਭ ਕਰਤ ਹੈ ਦੇਹ ਕੋ ਬਿਨ ਸਹਿ ਛਿਨ ਮੈਂ ਮੀਤ। ਹੇ ਮਿੱਤਰਾ, ਕਿਸੇ ਨੂੰ ਸੰਬੋਧਨ ਕੀਤਾ ਹੋਇਆ ਹੈ। ਜਦੋਂ ਕਿਸੇ ਨਾਲ ਗੱਲ ਕਰ ਰਹੇ ਹੋਈਏ, ਯਾਦ ਰੱਖੋ ਉਦੋਂ ਜਿਹੜੀ ਕਿਰਿਆ ਹੈ ਉਹ ਨਕਰ ਹੀ ਬੋਲੀ ਜਾਂਦੀ ਹੈ। ਗਰਭ ਕਰਤ ਹੈ ਦੇਹ ਕੋ, ਹੇ ਮਿੱਤਰ, ਤੂੰ ਇਸ ਸਰੀਰ ਦਾ ਹੰਕਾਰ ਕਰਦਾ ਹੈ। ਗਰਭ ਹੰਕਾਰ, ਦੇਹ ਮੈਨੇ ਸਰੀਰ, ਤੂੰ ਇਸ ਦੇਹੀ ਦਾ ਹੰਕਾਰ ਕਰਦਾ ਹੈ। ਬਿਨ ਸਹਿ ਛਿਨ ਮੈਂ ਮੀਤ। ਮਿੱਤਰਾ, ਇਹ ਦੇਹੀ ਤੇ ਇੱਕ ਸੈਕਿੰਡ 'ਚ ਖਤਮ ਹੋ ਜਾਣੀ ਹੈ, ਉਹਦੀ ਪਤਾ ਲੱਗਣਾ। ਇੱਕ ਬੀਬੀ ਸਹਿਜ ਬੌਰਨ ਦੇ ਘਰ ਆਉਣਾ, ਮੇਰੇ ਤੋਂ ਪੁੱਛ ਲਿਆ ਵੀ ਸਾਡੀ ਬੀਬੀ ਕਿੰਨਾ ਸਮਾਂ ਜੰਮੇਗੀ। ਮੈਂ ਗੁਰੂ ਮਹਾਰਾਜ ਪੁੱਛਿਆ, ਗੁਰੂ ਮਹਾਰਾਜ ਕੇ 7 ਦਿਨ ਜੰਮੇਗੀ। ਉਹ ਬੜੇ ਹੈਰਾਨ ਹੋਏ ਵੀ ਉਹ ਤਾਂ ਚੰਗੀ ਭਲੀ ਹੈ ਜੇ। ਮੈਂ ਜੇ ਚੰਗੀ ਭਲੀ ਫਿਰ ਤੁਸੀਂ ਕਿਉਂ ਪੁੱਛਿਆ ਵੀ ਕਿੰਨਾ ਸਮਾਂ ਜੰਮੇਗੀ? ਮੈਂ ਚੰਗਾ ਭਲਾ, ਮੈਨੂੰ ਡਾਕਟਰ ਤੋਂ ਕੀ ਪੁੱਛਣ ਦੀ ਲੋੜ ਹੈ ਮੈਂ ਕਿੰਨਾ ਸਮਾਂ ਜੀਵਾਂਗਾ? ਹਾਂ, ਮੈਨੂੰ ਕੋਈ ਭਾਰੀ ਬਿਮਾਰੀ ਲੱਗ ਗਈ ਫਿਰ ਮੈਂ ਪੁੱਛ ਸਕਦਾ ਤੁਹਾਨੂੰ ਵੀ ਹਾਂਜੀ ਕੋਈ ਜਿਉਣ ਦੀ ਆਸ ਹੈ, ਕੋਈ ਉਮੀਦ ਹੈ। ਮੇਰੇ ਘਰ ਦੇ ਜੀ ਪੁੱਛ ਸਕਦੇ ਡਾਕਟਰ ਵੀ ਸਾਡਾ ਬੰਦਾ ਜਿਉਂਦਾ ਰਹੇਗਾ ਜੀ ਕਿ ਭੋਗ ਪੈ ਜਾਏਗਾ। ਉਹੀ ਗੱਲ ਹੋਈ। 7ਵੇਂ ਦਿਨ ਦੁਪਹਿਰੇ ਚਾਹ ਪੀ ਰਹੀ ਹੈ, ਚੰਗੀ ਭਲੀ ਹੈ, ਮੰਜੇ 'ਤੇ ਬੈਠੀ ਹੈ, ਅੱਧਾ ਬਿਸਕੁਟ ਖਾਧਾ, ਅੱਧੀ ਕੁ ਚਾਹ ਪੀਤੀ ਹੈ, ਸਿਰ ਹੇਠਾਂ ਲਟਕ ਗਿਆ ਹੈ। ਘਰ ਦੇ ਜੀ ਹੈਰਾਨ ਹੋ ਗਏ। ਉਹਨਾਂ ਫਟਾਫਟ ਕੱਪ ਫੜਿਆ ਹੈ, ਬੀਬੀ ਲਟਾਤਾ, ਬੀਬੀ ਲੇਟ ਕੇ ਸਰੀਰ ਤਿਆਗ ਗਈ। ਇਹ ਲਈ ਕੋਈ ਪਤਾ ਨਹੀਂ ਇਹ ਕਦੋਂ ਤੁਰ ਜਾਣੇ ਸੰਸਾਰ ਤੋਂ। ਅਲੱਗ ਕਹਿੰਦੇ ਯਾਰ ਕੱਲ੍ਹ ਤਾਂ ਸਾਡੇ ਨਾਲ ਗੱਲਾਂ ਕਰਦਾ ਸੀ, ਉਹਨੂੰ ਕੀ ਹੋ ਗਿਆ? ਜੇ ਤਾਂ ਬਹੁਤ ਦੇਰ ਤੱਕ ਕੋਈ ਬੰਦਾ ਬਿਮਾਰ ਹੈ ਫਿਰ ਤਾਂ ਘਰ ਦੇ ਜੀਆਂ ਪਤਾ ਲੱਗ ਜਾਂਦਾ ਵੀ ਨਹੀਂ ਬਚਦਾ, ਹੁਣ ਇਹ ਮਰੂਗਾ। ਕਈ ਵਾਰੀ ਅਚਾਨਕ ਹੀ ਬੰਦਾ ਮਰ ਜਾਏ। ਕਈ ਐਸੇ ਲੋਕ ਨੇ
ਇੱਕ ਹੁੰਦਾ ਹਾਰਟ ਅਟੈਕ, ਦਿਲ ਦਾ ਦੌਰਾ ਪੈ ਗਿਆ ਹੈ, ਉਸ ਦੇ ਵਿੱਚ ਨਾ ਦਰਦ ਹੁੰਦੀ ਛਾਤੀ 'ਚ, ਛਾਤੀ 'ਚ ਬਹੁਤ ਜ਼ਿਆਦਾ ਦਰਦ ਹੁੰਦੀ ਹੈ ਅਤੇ ਬੰਦੇ ਨੂੰ ਪਤਾ ਲੱਗਦਾ ਮੈਨੂੰ ਹਾਰਟ ਅਟੈਕ ਹੋ ਗਿਆ। ਇੱਕ ਹੁੰਦਾ ਹੈ ਹਾਰਟ ਸਿੰਕ ਕਰਨਾ, ਅਗਲਾ ਕਹੇ ਜੀ ਮੈਨੂੰ ਡੋਬੂ ਪੈਂਦੇ ਨੇ, ਪਿੰਡਾਂ 'ਚ ਕਹਿੰਦੇ ਮੈਨੂੰ ਡੋਬੂ ਪੈਂਦੇ ਨੇ, ਉਹਨਾਂ ਨੂੰ ਇਹ ਨਹੀਂ ਸੀ ਪਤਾ ਹਾਰਟ ਸਿੰਕ ਕਰ ਰਿਹਾ। ਜਦੋਂ ਹਾਰਟ ਸਿੰਕ ਕਰਦਾ ਐਂ ਲੱਗਦਾ ਮੇਰੇ ਵਿੱਚੋਂ ਕੁਝ ਨਿਕਲ ਰਿਹਾ ਹੈ ਹੇਠਾਂ ਨੂੰ, ਵੀ ਮੇਰੇ ਵਿੱਚੋਂ ਕੁਝ ਨਿਕਲ ਰਿਹਾ ਹੈ। ਉਹਨੂੰ ਸਮਝ ਨਹੀਂ ਆਉਂਦੀ ਮਰੀਜ਼ ਨੂੰ, ਉਹਨੂੰ ਕੋਈ ਬਹੁਤਾ ਦਰਦ ਨਹੀਂ ਹੁੰਦਾ। ਜਦੋਂ ਹਾਰਟ ਸਿੰਕ ਕਰਦੇ ਇਸ 'ਚ ਕੋਈ ਬਹੁਤਾ ਦਰਦ ਨਹੀਂ ਹੁੰਦਾ, ਪਰ ਉਹਨੂੰ ਲੱਗਦਾ ਮੇਰੇ ਵਿੱਚੋਂ ਕੁਝ ਨਿਕਲ ਰਿਹਾ ਹੈ, ਹਾਰਟ ਸਿੰਕ ਕਰਦਾ। ਇੱਕ ਹੁੰਦਾ ਹਾਰਟ ਫੇਲ ਹੋ ਗਿਆ, ਕਈ ਵਾਰ ਬੰਦਾ ਰਾਤ ਨੂੰ ਸੁੱਤਿਆ ਹਾਰਟ ਫੇਲ ਹੋ ਜਾਂਦਾ, ਚਲ ਸਵੇਰੇ ਕਹਿੰਦੇ ਅੱਛਾ ਇਹ ਰਾਤ ਨੂੰ ਮਰ ਵੀ ਗਿਆ। ਹਾਰਟ ਫੇਲ ਦੇ ਵਿੱਚ ਬੰਦੇ ਨੂੰ ਆਪ ਨੂੰ ਵੀ ਨਹੀਂ ਪਤਾ ਲੱਗਦਾ ਕਿ ਮੇਰਾ ਹਾਰਟ ਫੇਲ ਹੋ ਗਿਆ, ਕਿਉਂ ਕੋਈ ਦਰਦ ਹੀ ਨਹੀਂ ਹੁੰਦੀ, ਹਾਰਟ ਨੇ ਕੰਮ ਕਰਨਾ ਬੰਦ ਕਰ ਦਿੱਤਾ। ਇਸ ਲਈ ਕੋਈ ਗੁਰੂ ਮਹਾਰਾਜ ਕਹਿੰਦੇ ਗਰਭ ਕਰਤ ਹੈ ਦੇਖੋ ਬਿਨਸੈ ਛਿਨ ਮੈਂ ਮੀਤ। ਹੈ ਮਿੱਤਰਾ, ਜਿਸ ਦੇਹੀ ਦਾ ਤੂੰ ਹੰਕਾਰ ਕਰਦਾ ਨਾ, ਇਹ ਤੇ 1 ਸੈਕਿੰਡ ਵਿੱਚ ਬਿਨਸ ਜਾਣੀ ਹੈ। ਛਿਨ 1 ਸੈਕਿੰਡ 1 ਸਕਿੰਟ 'ਚ ਖਤਮ ਹੋ ਜਾਣੀ। ਜਿਹੇ ਪ੍ਰਾਣੀ ਹਰ ਜਸ ਕਹਿਓ, ਪਰ ਜਿਸ ਮਨੁੱਖ ਨੇ ਇਸ ਜੀਵਨ 'ਚ ਹਰੀ ਦਾ ਜਸ ਕੀਤਾ, ਪਰਮਾਤਮਾ ਦਾ ਨਾਮ ਜਪਿਆ, ਜਿਨ੍ਹਾਂ ਨੂੰ ਗਿਆਨ ਹੋ ਜਾਂਦਾ ਹੈ ਵੀ ਸਾਡੇ ਗੁਰੂ ਮਹਾਰਾਜ ਦਾ ਸੁਪਨਾ ਟੁੱਟਿਆ ਹੋਇਆ ਹੈ, ਉਹਨਾਂ ਨੂੰ ਅਸਲੀਅਤ ਦਾ ਪਤਾ ਹੈ, ਉਹ ਸੱਚੀ ਗੱਲ ਕਹਿ ਰਹੇ ਨੇ, ਉਹ ਬੰਦਾ ਫਿਰ ਗੁਰੂ ਮਹਾਰਾਜ ਦੀ ਗੱਲ ਮੰਨ ਲੈਂਦਾ ਹੈ, ਮੰਨ ਕੇ ਫਿਰ ਨਾਮ ਜਪਣਾ ਸ਼ੁਰੂ ਕਰ ਦਿੰਦਾ ਹੈ। ਅਤੇ ਗੁਰੂ ਮਹਾਰਾਜ ਜਿਹੇ ਪ੍ਰਾਣੀ, ਜਿਹੇ ਮਨੇ ਜਿਸ, ਜਿਹੇ ਪ੍ਰਾਣੀ ਹਰ ਜਸ ਕਹਿਓ, ਜਿਸ ਵਿਅਕਤੀ ਨੇ ਵੀ ਹਰੀ ਦਾ ਜਸ ਕਿਹਾ, ਹਰੀ ਦਾ ਨਾਮ ਜਪਿਆ, ਨਾਨਕ ਤਿਹ ਜਗ ਜੀਤ। ਸਮਝੋ ਉਹਨੇ ਸੰਸਾਰ ਜਿੱਤ ਲਿਆ, ਉਹਨੇ ਸਮਝੋ ਸੰਸਾਰ ਜਿੱਤ ਲਿਆ। ਇਸ ਲਈ ਪਰਮਾਤਮਾ ਦਾ ਨਾਮ ਜਪਣਾ, ਇਹ ਨਾਮ ਦੇ ਵਿੱਚ ਸਾਰੀਆਂ ਬਰਕਤਾਂ ਨੇ। ਜਿਵੇਂ ਕਿ ਹਾਥੀ ਦੀ ਪੈੜ ਵਿੱਚ ਸਾਰੀਆਂ ਪੈੜਾਂ, ਕਿਉਂ? ਕਿਉਂਕਿ ਹਾਥੀ ਦਾ ਪੈਰ ਸਭ ਤੋਂ ਵੱਡਾ ਹੁੰਦਾ ਹੈ। ਊਠ ਦਾ ਪੈਰ ਵੀ ਬਹੁਤ ਵੱਡਾ ਹੁੰਦਾ ਹੈ, ਪਰ ਊਠ ਦੇ ਪੈਰ ਨਾਲੋਂ ਵੀ ਹਾਥੀ ਦਾ ਪੈਰ ਵੱਡਾ ਹੁੰਦਾ ਹੈ। ਇਸ ਲਈ ਕਹਿੰਦੇ ਹਾਥੀ ਦੇ ਪੈਰ ਵਿੱਚ ਸਾਰੀਆਂ ਪੈੜਾਂ। ਪਰਮਾਤਮਾ ਦੇ ਨਾਮ ਵਿੱਚ ਸਾਰੀਆਂ ਬਰਕਤਾਂ ਨੇ। ਇਹ ਮਨੁੱਖ ਨੂੰ ਸਮਝ ਨਹੀਂ ਆਉਂਦੀ ਹੈਗੀ, ਇਹ ਧੱਕੇ ਧੋੜੇ ਜਿਹੇ ਖਾਈ ਜਿਹਦਾ ਨਾਮ ਨਹੀਂ ਜਪਦਾ ਹੈਗਾ। ਦੇਖੋ ਕਿਆ ਬਦਕਿਸਮਤੀ ਇਨਸਾਨ ਦੀ, ਸਾਰੀਆਂ ਬਰਕਤਾਂ ਨਾਮ 'ਚ ਨੇ, ਪਰ ਨਹੀਂ, ਇਹ ਨਾਮ ਨਹੀਂ ਜਪਦਾ, ਧੱਕੇ ਜਿਹੇ ਖਾਈ ਜਾਂਦਾ। ਹੁਣ ਗੁਰੂ ਮਹਾਰਾਜ ਕੀ ਕਰਨ? ਹੁਣ ਤਾਂ ਸਮਝਾਉਣਾ ਹੀ ਹੈ ਸਿੱਖ ਨੂੰ। ਹੁਣ ਸਿੱਖ ਸਮਝੇ ਹੀ ਨਾ, ਗੁਰੂ ਮਹਾਰਾਜ ਦੀ ਗੱਲ ਮੰਨੇ ਹੀ ਨਾ, ਫਿਰ ਤਾਂ ਗੁਰੂ ਮਹਾਰਾਜ ਕੀ ਕਰ ਸਕਦੇ ਨੇ? ਇੱਕ ਵਿਦਿਆਰਥੀ ਹੈ, ਆਪਣੇ ਟੀਚਰ ਦੀ ਗੱਲ ਹੀ ਨਹੀਂ ਮੰਨਦਾ, ਫਿਰ ਫੇਲ ਹੀ ਹੋਊਗਾ, ਹੋਰ ਕੀ ਹੋਏਗਾ? ਫਿਰ ਪਾਸ ਹੋਣ ਦੀ ਤਾਂ ਕੋਈ ਸੰਭਾਵਨਾ ਨਹੀਂ ਹੈ। ਟੀਚਰ ਨੇ ਕਿਹਾ ਹੋਮਵਰਕ ਕਰਕੇ ਲਿਆਉਣਾ, ਵਿਦਿਆਰਥੀ ਕਰਕੇ ਨਹੀਂ ਗਿਆ। ਟੀਚਰ ਨੇ ਕਿਹਾ ਯਾਦ ਕਰਕੇ ਆਉਣਾ, ਉਹ ਯਾਦ ਹੀ ਨਹੀਂ ਕਰਕੇ ਗਿਆ, ਤੇ ਫਿਰ ਫੇਲ ਹੀ ਹੋਏਗਾ। ਅਸੀਂ ਵੀ ਜ਼ਿੰਦਗੀ 'ਚ ਇਸ ਲਈ ਫੇਲ ਹੋ ਜਾਂਦੇ ਹਾਂ, ਕਿਉਂ? ਅਸੀਂ ਗੁਰੂ ਮਹਾਰਾਜ ਦੀ ਗੱਲ ਹੀ ਨਹੀਂ ਮੰਨਦੇ। ਇਸ ਬੰਦੇ ਤੋਂ 16 ਘੰਟੇ ਕੰਮ ਕਰਾਓ, ਤਿਆਰ ਹੈ ਕੰਮ ਕਰਨ ਨੂੰ, 16 ਘੰਟੇ ਕੰਮ ਕਰਨ ਨੂੰ ਤਿਆਰ ਹੈ। ਇਹ ਪੈਸੇ ਲੈ ਕੇ ਵੀ 2 ਘੰਟੇ ਚੱਜ ਦਾ ਰੌਲ ਲਾਉਣ ਨੂੰ ਤਿਆਰ ਨਹੀਂ ਹੈ। ਮੈਂ ਦੇਖਿਆ, ਅਸੀਂ ਪੈਸੇ ਦਿੰਦੇ ਹਾਂ ਨਾ, ਕਦੇ ਕੋਈ ਸੱਜਾ ਗੋਡਾ ਖੜਾ ਕਰ ਲਿਆ, ਕਦੇ ਖੱਬਾ ਖੜਾ ਕਰ ਲਿਆ, ਕਦੇ ਐ ਹੋ ਗਏ, ਕਦੇ ਆਹ ਹੋ ਗਏ। ਹਾਲਾਂਕਿ ਪੈਸੇ ਦਿੰਦੇ ਹਾਂ 2 ਘੰਟੇ ਪਾਠ ਕਰਨ ਦੇ ਨਾ, ਬਸ ਪਤਾ ਕਦੋਂ 2 ਘੰਟੇ ਮੁੱਕਣਗੇ। ਉਹ 2 ਘੰਟੇ ਕੰਮ ਦੇ ਪੈਸੇ ਦਿੱਤੇ ਤਾਂ ਫਿਰ ਕਰਨਾ ਸੀ ਇਹਨਾਂ ਨੇ, ਫਿਰ ਕਰਨਾ ਸੀ।
ਕੰਮ ਕਰਨਾ ਸੀ 2 ਘੰਟੇ ਪੈਸੇ ਲੈ ਕੇ ਪਾਠ ਕਰਨ ਲਈ ਵੀ ਬੰਦਾ ਤਿਆਰ ਨਹੀਂ ਹੈਗਾ। ਉਹ ਵੀ ਠੂੰ ਠੱਪ ਕਰਦਾ। ਜੇ ਉਹਨੂੰ ਮੌਕਾ ਮਿਲ ਜੇ ਵੀ ਕੋਈ ਨਹੀਂ ਵੇਖ ਰਿਹਾ, ਆਪਣਾ ਮੋਬਾਈਲ ਹੀ ਵੇਖੀ ਜਾਂਦਾ ਜਾਂ ਸੁਣਨ ਲੱਗ ਜਾਏਗਾ। ਅੱਗੇ ਮੋਬਾਈਲ ਰੱਖਿਆ ਹੁੰਦਾ ਹੈ, ਦੇਖਿਆ ਕੋਈ ਨਹੀਂ ਹੈਗਾ, ਪਾਠ ਵਿੱਚ ਹੀ ਛੱਡ ਕੇ ਮੋਬਾਈਲ ਆਪਣਾ ਵੇਖੀ ਗਏ, ਦੇਖਿਆ ਵੀ ਉਹ ਇੰਨੇ ਮਿੰਟ ਹੋ ਗਏ, 2-4 ਸਫ਼ੇ ਉਲਟਾ ਤੇ ਪਾਠ ਪੂਰਾ ਕਰਤਾ। ਜਿਹੜੀ ਕਹਾਵਤ ਬਣੀ ਹੈ, ਅੱਗੋਂ ਪੜ੍ਹਿਆ ਪਿੱਛੋਂ ਪੜ੍ਹਿਆ ਵਿੱਚੋਂ ਤੇਰਾ ਦਰਸ਼ਨ ਕਰਿਆ, ਐਵੇਂ ਨਹੀਂ ਬਣ ਗਈ ਕਹਾਵਤ। ਕਿਤੇ ਜ਼ਰੂਰ ਵਾਪਰੀ ਹੋਣੀ ਹੈ ਤੇ ਕਿਤੇ ਵਾਪਰ ਹੀ ਹੋਣੀ ਹੈ। ਇਹ ਪਾਠੀਆਂ ਤੇ ਐਵੇਂ ਨਹੀਂ ਕੈਮਰੇ ਲੱਗ ਗਏ। ਕੈਮਰੇ ਹਮੇਸ਼ਾ ਚੋਰਾਂ ਲਈ ਹੁੰਦੇ ਨੇ। ਜਦੋਂ ਦੀ ਚੋਰੀਆਂ ਵੱਧ ਗਈਆਂ ਨੇ ਕਰ ਕੈਮਰੇ ਲੱਗ ਗਏ ਨੇ। ਪਹਿਲਾਂ ਕੈਮਰੇ ਨਹੀਂ ਸੀ ਲੱਗਦੇ। ਪਾਠੀ ਨੂੰ ਭੈ ਹੁੰਦਾ ਸੀ ਗੁਰੂ ਦਾ। ਹੁਣ ਪਾਠੀ ਨੂੰ ਜਿਹੜਾ ਹੈਡ ਗ੍ਰੰਥੀ ਦਾ ਭੈ ਹੈ ਵੀ ਜੇ ਕੈਮਰਾ ਵੇਖ ਲਿਆ ਛੁੱਟੀ ਹੋ ਜਾਏਗੀ। ਕੈਮਰੇ ਲੱਗੇ ਹੋਏ ਨੇ, ਇਸ ਦੇ ਬਾਵਜੂਦ ਨਹੀਂ ਪਰਵਾਹ ਕਰ ਰਹੇ। ਮੈਂ ਇੱਕ ਇਤਿਹਾਸਕ ਗੁਰਦੁਆਰੇ ਚਲਿਆ ਗਿਆ, ਗੱਲ ਚੱਲ ਪਈ। ਜਿਹੜਾ ਹੈਡ ਗ੍ਰੰਥੀ ਸੀ ਤੇ ਜਿਹੜਾ ਮੈਨੇਜਰ ਸੀ ਉਹਦੇ ਨਾਲ, ਉਹਨੇ ਮੇਰਾ ਪਹਿਰਾਵਾ ਦੇਖਿਆ, ਕਹਿੰਦੇ ਕਿੱਥੋਂ ਆਏ ਹੋ ਜੀ? ਮੈਂ ਕਿਹਾ ਜੀ ਮੈਂ ਪਟਿਆਲੇ ਤੋਂ ਆਇਆ। ਕੀ ਕੰਮ ਕਰਦੇ ਹੋ? ਮੈਂ ਜੀ ਮੇਰਾ ਮੁੱਖ ਕੰਮ ਹੈ ਸੰਥਿਆ ਦੇਣਾ, ਪਾਠ ਸਿਖਾਉਣਾ। ਦੂਜਾ ਮੇਰਾ ਕੰਮ ਹੈ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਨਾ। ਤੀਸਰਾ ਮੇਰਾ ਕੰਮ ਹੈ ਜਿਹੜੇ ਪਾਠੀ ਪਾਠ ਸਿੱਖੇ ਨੇ ਉਹਨਾਂ ਤੋਂ ਅਖੰਡ ਪਾਠ ਕਰਾ ਕੇ ਉਹਨਾਂ ਦਾ ਅਭਿਆਸ ਕਰਾਉਣਾ। ਇਹ ਮੇਰੇ ਮੁੱਖ 3 ਕੰਮ ਨੇ। ਉਹਨਾਂ ਸਤਿਕਾਰ ਕੀਤਾ, ਕਹਿੰਦੇ ਜੀ ਮੱਥਾ ਟੇਕ ਆਓ, ਫਿਰ ਸਾਡੇ ਦਫ਼ਤਰ 'ਚ ਆਇਓ। ਚਲੋ ਉੱਥੇ ਦਫ਼ਤਰ ਬੈਠ ਕੇ ਚਾਹ ਪਾਣੀ ਪੀਤੀ, ਗੱਲਾਂ ਬਾਤਾਂ ਹੋ ਗਈਆਂ। ਉਹ ਕਹਿੰਦੇ ਜੀ ਅਸੀਂ ਆਪਣੇ ਪਾਠੀਆਂ ਤੋਂ ਬੜੇ ਤੰਗ ਹਾਂ। ਦੇਖੋ ਮੈਂ ਜੀ ਕਿਉਂ? ਕਹਿੰਦੇ ਦੇਖੋ ਹੁਣ ਇਤਿਹਾਸਕ ਗੁਰਦੁਆਰਾ ਹੈ, ਇੱਥੇ ਸੰਗਤ ਨੇ ਆਉਣਾ ਹੀ ਹੈ। ਜੇ ਕਮਰਿਆਂ 'ਚ ਜਿਹੜੇ ਪਾਠ ਹੋ ਰਹੇ ਨੇ, ਜਦੋਂ ਕੋਈ ਮੱਥਾ ਟੇਕਦਾ ਉਹਦੇ ਵੱਲ ਵੇਖਣ ਲਾਂਦੇ, ਪਾਠ ਛੱਡ ਕੇ ਉਹਦੇ ਵੱਲ ਵੇਖਣ ਲਾਂਦੇ। ਅਸੀਂ ਕਿੰਨੇ ਵਾਰੀ ਕਿਹਾ ਕਿ ਤੁਸੀਂ ਇਸ ਤਰ੍ਹਾਂ ਨਾ ਕਰਿਆ ਕਰੋ, ਨਹੀਂ ਹਟਦੇ। ਕਿਆ ਕਰੀਏ, ਨਹੀਂ ਹਟਦੇ। ਪੈਸੇ ਲੈ ਕੇ ਵੀ ਲੋਕ ਪੂਰਾ ਕੰਮ ਨਹੀਂ ਕਰਦੇ। ਜਿਵੇਂ ਕਈ ਕਰਮਚਾਰੀ ਨੇ ਤਨਖਾਹ ਲੈਂਦੇ ਨੇ, ਡਿਊਟੀ ਚੱਜ ਨਾਲ ਨਹੀਂ ਦਿੰਦੇ, ਕੰਮ ਚੋਰ ਨੇ। ਹੁਣ ਕਦੇ ਕੰਮ ਚੋਰ, ਡਰ ਭੈ ਹੀ ਕੋਈ ਨਹੀਂ। ਨਹੀਂ ਤੇ ਸਿੱਖ ਹੈ, ਗੁਰੂ ਤੋਂ ਡਰ ਹੋਣਾ ਚਾਹੀਦਾ, ਗੁਰੂ ਦਾ ਭੈ ਹੋਣਾ ਚਾਹੀਦਾ। ਮੈਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠਾ, ਗੁਰੂ ਮਹਾਰਾਜ ਮੈਨੂੰ ਵੇਖ ਰਹੇ ਨੇ, ਮੈਂ ਜੋ ਪੜ੍ਹ ਰਿਹਾ ਉਹ ਸੁਣ ਰਹੇ ਨੇ। ਕਿ ਮੈਂ ਫਾਹਾ ਵੱਢ ਰਿਹਾ ਕਿ ਬੜੇ ਧਿਆਨ ਨਾਲ ਪੜ੍ਹ ਰਿਹਾ ਹਾਂ। ਇਸ ਲਈ ਸਾਰੀ ਉਮਰ ਪਾਠ ਕਰੀ ਜਾਣਗੇ, ਪੈਸੇ ਲੈ ਕੇ ਗੁਰੂ ਮਹਾਰਾਜ ਖੁਸ਼ ਹੀ ਨਹੀਂ ਹੁੰਦੇ, ਤਰੱਕੀ ਕੋਈ ਨਹੀਂ ਹੁੰਦੀ। ਆਤਮਿਕ ਤਰੱਕੀ ਜਿੱਥੇ ਸੀ 20 ਸਾਲਾਂ 'ਚ ਉੱਥੇ ਹੀ ਕੋਈ ਤਰੱਕੀ ਨਹੀਂ ਹੋਈ, ਕੋਈ ਆਤਮਿਕ ਤਰੱਕੀ ਨਹੀਂ ਹੋਈ। ਕਿਉਂ? ਕਹਿੰਦੇ ਨੀਅਰਰ ਦਾ ਚਰਚ ਫਾਰਦਰ ਫਰੋਮ ਗੋਡ, ਬਾਈਬਲ 'ਚ ਲਿਖਿਆ। ਜਿੰਨਾ ਚਰਚ ਦੇ ਨੇੜੇ ਉਹਨਾਂ ਰੱਬ ਤੋਂ ਦੂਰ, ਜਿੰਨਾ ਗੁਰਦੁਆਰੇ ਜਾਂ ਗੁਰੂ ਦੇ ਨੇੜੇ ਉਨਾ ਹੀ ਗੁਰੂ ਤੋਂ ਦੂਰ। ਦੂਰ ਵਾਲਿਆਂ ਨੂੰ ਜੇ ਭੈ ਹੁੰਦਾ, ਨੇੜੇ ਵਾਲਿਆਂ ਨੂੰ ਗੁਰੂ ਦਾ ਕੋਈ ਭੈ ਨਹੀਂ ਹੁੰਦਾ। ਨੇੜੇ ਵਾਲਾ ਕੋਈ ਗੁਰੂ ਦਾ ਭੈ ਨਹੀਂ ਹੁੰਦਾ। ਇਸ ਲਈ ਕੁਝ ਵੀ ਗੁਰੂ ਤੋਂ ਨੇੜੇ, ਗੁਰੂ ਦੇ ਨੇੜੇ ਰਹਿਣ ਦੇ ਬਾਵਜੂਦ ਗੁਰੂ ਮਹਾਰਾਜ ਤੋਂ ਕੁਝ ਨਹੀਂ ਪ੍ਰਾਪਤ ਕਰ ਸਕਦੇ। ਕਿ ਅੰਦਰ ਸ਼ਰਧਾ ਭਾਵਨਾ ਹੀ ਨਹੀਂ, ਅੰਦਰ ਭੈ ਭਾਵਨੀ ਹੀ ਨਹੀਂ ਹੈ, ਨਹੀਂ ਗੱਲ ਬਣਦੀ। ਇਸ ਲਈ ਗੁਰਬਾਣੀ ਸਮਝਾ ਰਹੇ ਨੇ, ਗਰਭ ਕਰਤ ਹੈ ਦੇਖੋ ਬਿਨਸੈ ਛਿਨ ਮੈਂ ਮੀਤ ਹੈ ਮਿੱਤਰਾ। ਤੂੰ ਜਿਸ ਸਰੀਰ ਦਾ, ਜਿਸ ਦੇਹੀ ਦਾ ਹੰਕਾਰ ਕਰਦੇ ਨਾ, ਇਹ ਤੇ 1 ਸੈਕਿੰਡ ਵਿੱਚ ਮਰ ਜਾਣੀ, ਦੇਹੀ ਖਤਮ ਹੋ ਜਾਣੀ। ਇਨਮੈਂ ਕਛ ਤੇਰੋ ਨਹੀਂ ਨਾ, ਜਿਹ ਪ੍ਰਾਣੀ ਹਰ ਜਸ ਕਹਿਓ ਨਾਨਕ ਤਿਹ ਜਗਜੀਤ। ਕਹਿੰਦੇ ਜਿਸ ਵਿਅਕਤੀ ਨੇ ਨਾਮ ਜਪਿਆ ਨਾ, ਐਂ ਸਮਝ ਲਓ ਉਹਨੇ ਸੰਸਾਰ ਜਿੱਤ ਲਿਆ। ਛੋਟੀ ਮੋਟੀ ਜਿੱਤ ਨਹੀਂ, ਐਂ ਸਮਝੋ ਸੰਸਾਰ ਜਿੱਤ ਲਿਆ ਉਸਨੇ।
ਅੱਗੇ ਕਹਿੰਦੇ ਜਿਹੇ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਜੇ ਤਿਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਨ। ਜਿਹੇ ਮੈਨੇ ਜਿਸ ਜਾਂ ਜਿਹੜਾ ਜਿਹੇ ਕਟ ਸਿਮਰਨ ਰਾਮ ਕੋ ਜਿਸ ਸਰੀਰ 'ਚ ਪਰਮਾਤਮਾ ਦਾ ਸਿਮਰਨ ਹੈ, ਭਾਵ ਜਿਹੜਾ ਵਿਅਕਤੀ ਸਿਮਰਨ ਕਰਦਾ ਹੈ ਸੋ ਨਰ ਮੁਕਤਾ ਜਾਨ, ਉਸ ਵਿਅਕਤੀ ਨੂੰ ਤੁਸੀਂ ਮੁਕਤ ਸਮਝੋ। ਉਹ ਤਾਂ ਜਿਉਂਦਾ ਹੀ ਮੁਕਤ ਹੈ। ਸਿੱਖ ਧਰਮ 'ਚ ਮੁਕਤ ਕਿਹਨੂੰ ਕਹਿੰਦੇ ਨੇ? ਜਿਹੜਾ ਜੰਮਣ ਮਰਨ ਤੋਂ ਰਹਿਤ ਹੋ ਜਾਏ, ਜਿਹੜਾ ਦੁਬਾਰਾ ਜਨਮ ਨਾ ਲੈ, ਕਹਿੰਦੇ ਇਹ ਮੁਕਤ ਹੋ ਗਿਆ ਹੈ, ਇਹਨੂੰ ਮੁਕਤੀ ਮਿਲ ਗਈ ਹੈ। ਇੱਕ ਹੁੰਦੀ ਗਤੀ, ਗਤੀ ਵੀ ਹੁੰਦੀ, ਉਹ 'ਚ ਇਹ ਹੁੰਦਾ ਕਿ ਅਗਲਾ ਜਨਮ ਮਿਲ ਗਿਆ ਹੈ। ਰੂਹ ਭਟਕ ਨਹੀਂ ਰਹੀ, ਰੂਹ ਨੂੰ ਇੱਕ ਹੋਰ ਸਰੀਰ ਮਿਲ ਗਿਆ। ਜੇ ਨਾ ਗਤੀ ਹੋਵੇ ਫਿਰ ਪੰਡਤ ਜਿਹੜੇ ਨੇ, ਕੋਈ ਹਰਿਦੁਆਰ ਜਾਂਦਾ, ਕੋਈ ਭੇਵੇ ਜਾਂਦਾ, ਕੋਈ ਉਹ ਪਟਨੇ ਦੇ ਕੋਲ ਉੱਧਰ ਜਾਂਦਾ, ਗਿਆ, ਕੋਈ ਗਿਆ ਜਾਂਦਾ। ਸਿੱਖ ਧਰਮ 'ਚ ਹੈ ਕਿ ਉਸ ਤੋਂ ਬਾਅਦ ਪਾਠ ਕਰੋ, ਕਿਉਂਕਿ ਉਹਦੇ ਤੱਕ ਸੰਸਾਰਕ ਕੋਈ ਚੀਜ਼ ਨਹੀਂ ਜਾਂਦੀ। ਉਹਦੇ ਨਿਮਿਤ ਤੁਸੀਂ ਲੰਗਰ ਲੈ, ਰੋਟੀਆਂ ਉਹਦੇ ਤੱਕ ਨਹੀਂ ਜਾਣੀਆਂ। ਹਾਂ, ਸੰਗਤ ਖਾਵੇਗੀ, ਉਹਦੇ ਤੱਕ ਰੋਟੀ ਰਾਟੀ ਕੋਈ ਨਹੀਂ ਪਹੁੰਚਣੀ, ਨਾ ਕੋਈ ਖੀਰ ਪਹੁੰਚਣੀ ਹੈ। ਜਿਹੜਾ ਤੁਸੀਂ ਉਹਦੇ ਲਈ ਪਾਠ ਕੀਤਾ ਉਹਦਾ ਫਲ ਉਹਨੂੰ ਪਹੁੰਚਣਾ, ਉਸ ਦਾ ਫਲ ਉਸ ਨੂੰ ਪਹੁੰਚਣਾ। ਉਹ ਜਿਹੜਾ ਪਾਠ ਮਗਰੋਂ ਕਰੋਗੇ ਉਹਦੇ ਨਿਮਿਤ ਉਹਦੀ ਰੂਹ ਦਾ ਭਲਾ ਹੁੰਦਾ। ਉਸ 'ਚ ਸਿਆਣਪ ਇਹੀ ਹੈ ਕਿ ਆਪਾਂ ਜਿਉਂਦੇ ਜੀ ਹੀ ਕਰ ਲਓ, ਮਗਰੋਂ ਪਤਾ ਨਹੀਂ ਕਿਸੇ ਨੇ ਕਰਾਉਣਾ ਕਿ ਨਹੀਂ ਕਰਾਉਣਾ। 20 ਪਰਿਵਾਰ ਐਸੇ ਨੇ ਜਿਨ੍ਹਾਂ ਨੇ ਮੈਨੂੰ ਪੈਸੇ ਦਿੱਤੇ ਨੇ। ਅਸੀਂ ਇੱਕ ਵਾਰੀ ਸਕੀਮ ਚਲਾਈ ਸੀ ਕਿ ਜਿਹੜਾ 1 ਲੱਖ ਰੁਪਈਆ ਜਮ੍ਹਾਂ ਕਰਾਏਗਾ ਗੁਰਦੁਆਰੇ, ਉਹਦਾ 15 ਸਾਲ ਹਰ ਸਾਲ ਇੱਕ ਅਖੰਡ ਪਾਠ ਹੋਵੇਗਾ। 15 ਸਾਲ। ਜਿਹੜਾ 2 ਲੱਖ ਜਮ੍ਹਾਂ ਕਰਾਏਗਾ, ਜਿੰਨਾ ਸਮਾਂ ਗੁਰਦੁਆਰਾ ਹੈ ਉਹਨਾਂ ਸਮਾਂ ਉਹਦਾ ਹਰ ਸਾਲ ਇੱਕ ਅਖੰਡ ਪਾਠ ਹੋਏਗਾ, ਚਾਹੇ ਉਹ ਜਿਉਂਦਾ ਚਾਹੇ ਉਹ ਮਰ ਗਿਆ। ਅਤੇ ਕਈਆਂ ਨੂੰ ਪਤਾ ਸੀ ਕਿ ਸਾਡੇ ਮਰਨ ਤੋਂ ਬਾਅਦ ਕਿਸੇ ਨੇ ਪਾਠ ਨਹੀਂ ਕਰਾਉਣਾ, ਉਹ 2-2 ਲੱਖ ਜਮ੍ਹਾਂ ਕਰਾ ਗਏ। ਵੀ ਚਲੋ ਘੱਟ ਤੋਂ ਘੱਟ ਸਾਲ 'ਚ ਇੱਕ ਤਾਂ ਸਾਡੇ ਨਿਮਿਤ ਪਾਠ ਹੋ ਜਾਏਗਾ ਨਾ, ਵੀ ਚਲੋ ਰੂਹ ਦਾ ਕਲਿਆਣ ਹੋ ਜਾਏਗਾ। ਉਹ ਤਾਂ ਵਿਚਾਰੇ ਕਰਾ ਗਏ। ਇੱਕ ਨੂੰ ਕਿਤੇ ਪਤਾ ਲੱਗ ਗਿਆ ਕਿ ਸਾਡਾ ਬਾਪ 2 ਲੱਖ ਰੁਪਈਆ ਜਮ੍ਹਾਂ ਕਰਾ ਕੇ ਗੁਰਦੁਆਰੇ, ਮੈਂ ਉਹਨਾਂ ਨੂੰ ਸੱਦਿਆ ਕਿ ਤੁਹਾਡੇ ਪਿਤਾ ਦਾ ਪਾਠ ਹੈ, ਪਿਤਾ ਸਵਰਗਵਾਸ ਹੋ ਗਿਆ। ਉਹ ਉਹਨਾਂ ਦੇ ਐਡਰੈਸ 'ਤੇ ਮੈਂ ਚਲੇ ਦੇ ਪੁੱਤਰ ਨੂੰ ਕਹਿ ਦੇਣਾ, ਕੋਈ ਨਾ ਕੋਈ ਚੀਜ਼ ਆ ਜਾਏਗਾ, ਭੋਗ ਪੈਣਾ। ਜਦੋਂ ਉਹਨਾਂ ਨੂੰ ਪਤਾ ਲੱਗਿਆ ਅੱਛਾ ਸਾਡਾ ਬਾਪ 2 ਲੱਖ ਰੁਪਏ ਗੁਰਦੁਆਰੇ ਜਮ੍ਹਾਂ ਕਰਾ ਗਿਆ ਹੈ, ਉਹਨਾਂ ਆਉਣਾ ਹੀ ਬੰਦ ਕਰਤਾ। ਵਿੱਚ ਇਹਦਾ ਬੇਵਕੂਫ ਸਾਡਾ ਬਾਪ ਸਾਨੂੰ ਨਹੀਂ ਦੇ ਕੇ ਗਿਆ, ਗੁਰਦੁਆਰੇ ਦੇ ਗਿਆ, ਮੇਰਾ ਪਾਠ ਕਰਾਇਆ ਕਰੋ। ਬਾਪ ਨੂੰ ਪਤਾ ਸੀ, ਜਿਨ੍ਹਾਂ ਦੇ ਧੀ ਪੁੱਤ ਭੋਗ 'ਤੇ ਹੀ ਨਹੀਂ ਆਉਣਾ, ਇਹ ਤਾਂ ਪਤਾ ਹੀ, ਫਿਰ ਬਾਪ ਨੂੰ ਪਤਾ ਹੀ ਸੀ ਪਹਿਲਾਂ ਜਿਉਂਦੇ ਜੀ ਵੀ ਇਹਨਾਂ ਮੇਰੇ ਮਗਰੋਂ ਕੋਈ ਨਹੀਂ ਪਾਠ ਕਰਾਉਣਾ। ਇੱਕ ਕਰਾ ਲੈਂਦੇ ਨੇ ਸ਼ਰਮੋ ਸ਼ਰਮੀ, ਵੀ ਲੋਕ ਕੀ ਕਹਿਣਗੇ। 10ਵੇਂ 11ਵੇਂ ਮਹੀਨੇ ਇੱਕ ਕਰਾ ਲੈਂਦੇ ਨੇ, ਉਹਨੂੰ ਕਹਿੰਦੇ ਬਰਸੀ। ਉਹੀ ਤਾਂ ਸਾਲ ਬਾਅਦ ਹੁੰਦੀ, ਬਰਸ ਮੈਨੇ ਸਾਲ। ਉਹ ਘਟਨਾ ਜਿਹੜੀ ਸਾਲ ਬਾਅਦ ਆਵੇ ਉਹ ਬਰਸੀ ਹੁੰਦੀ ਹੈ, ਪਰ ਨਹੀਂ 11ਵੇਂ ਮਹੀਨੇ ਨਿਬੇੜ ਦਿੰਦੇ ਨੇ। ਵੀ ਕਿਹੜਾ ਸਾਲ ਉਡੀਕਿਆ, ਇੱਕ ਵਾਰੀ ਕਰਾ ਤਾਂ ਬਸ ਖਤਮ ਬਾਪੂ। ਇਹੀ ਕਾਰਨ ਹੈ ਕਿ ਕਿਸੇ ਨੂੰ ਆਪਣੇ ਪੜਦਾਦੇ ਦਾ ਨਾਮ ਨਹੀਂ ਪਤਾ। ਦਾਦੇ ਤੱਕ ਸ਼ਾਇਦ ਤੁਹਾਨੂੰ ਪਤਾ ਹੋਵੇ, ਪੜਦਾਦੇ ਦਾ ਨਾਮ ਕਿਸੇ ਵਿਰਲੇ ਟਾਮੇ ਨੂੰ ਪਤਾ ਹੋਣਾ ਮੇਰੇ ਪੜਦਾਦੇ ਦਾ ਨਾਂ ਸੀ। ਕਿਉਂ ਨਹੀਂ ਪਤਾ? ਸਵਾਲ ਹੈ ਕਿ ਉਹਦਾ ਪਾਠ ਤੁਹਾਡੇ ਦਾਦੇ ਨੇ ਨਾ ਕਦੇ ਕਰਾਇਆ, ਨਾ ਤੁਹਾਡੇ ਬਾਪ ਨੇ ਕਦੇ ਕਰਵਾਇਆ। ਫਿਰ ਕੀ ਪਤਾ ਲੱਗੇ ਸਾਡਾ ਪੜਦਾਦਾ ਕੌਣ ਸੀ, ਕੌਣ ਸੀ। ਜੇ ਪਾਠ ਕਰਾਉਂਦੇ ਰਹਿੰਦੇ ਤਾਂ ਅਰਦਾਸ ਹੁੰਦੀ, ਹਾਂਜੀ ਫਲਾਣਾ ਸਿੰਘ ਦੀ ਆਤਮਾ ਦਾ ਪਤਾ ਲੱਗਦਾ ਸਾਡਾ ਪੜਦਾਦਾ ਹੈ, ਸਾਡਾ ਦਾਦਾ ਹੈ। ਕਿਉਂ? ਗਿਆਨ ਹੀ ਨਹੀਂ ਹੈਗਾ।
ਵੀ ਉਸ ਆਤਮਾ ਦਾ ਭਲਾ ਹੋਣਾ ਹੈ, ਉਹ ਰੂਹ ਦਾ ਭਲਾ ਹੋਣਾ। ਉਸ ਰੂਹ ਨੇ ਭਾਵੇਂ ਜਨਮ ਕੋਈ ਵੀ ਲੈ ਰਿਹਾ, ਚਾਹੇ ਪਸ਼ੂ ਦਾ ਜਨਮ ਲੈ ਰਿਹਾ, ਪੰਛੀ ਦਾ ਜਨਮ ਲੈ ਲਿਆ, ਕੋਈ ਜ਼ਰੂਰੀ ਕਿ ਮਨੁੱਖਾ ਜੀਵਨ ਮਿਲੇ। ਮਨੁੱਖਾ ਜੀਵਨ ਦੁਬਾਰਾ ਉਹਨਾਂ ਨੂੰ ਮਿਲਦਾ ਜਿਹਨਾਂ ਭਜਨ ਬੰਦਗੀ ਕੀਤੀ ਹੁੰਦੀ ਹੈ, ਪਰ ਉਹਨਾਂ ਦੀ ਭਜਨ ਬੰਦਗੀ ਪੂਰੀ ਨਹੀਂ ਹੋਈ ਹੁੰਦੀ, ਇਸ ਲਈ ਦੁਬਾਰਾ ਜਨਮ ਪਰਮਾਤਮਾ ਦੇ ਲੈ, ਤੂੰ ਦੁਬਾਰਾ ਤੈਨੂੰ ਜਨਮ ਦਿੱਤਾ, ਤੂੰ ਜਿਹੜੀ ਬਾਕੀ ਕਸਰ ਰਹਿੰਦੀ ਹੈ ਪੂਰੀ ਕਰ ਲੈ। ਫਿਰ ਇਹ ਬੰਦਾ ਲੱਗਾ ਰਿਹਾ, ਫਿਰ ਵੀ ਪੂਰਾ ਨਹੀਂ ਹੋਇਆ, ਪਰਮਾਤਮਾ ਨੂੰ ਫਿਰ ਮਨੁੱਖਾ ਜੀਵਨ ਦਿੰਦਾ, ਲੇਕਿਨ ਤੈਨੂੰ ਹੋਰ ਮੌਕਾ ਦਿੱਤਾ। ਕਈ ਮੌਕੇ ਮਿਲਦੇ ਰਹਿੰਦੇ ਨੇ, ਕਈ ਮੌਕੇ ਮਿਲਦੇ ਰਹਿੰਦੇ ਨੇ ਵੀ ਤੂੰ ਭਜਨ ਬੰਦਗੀ ਕਰ, ਕਦੇ ਤਾਂ ਤੇਰਾ ਪੂਰਾ ਹੋਵੇਗਾ। ਜਦ ਤੇਰੀ ਭਜਨ ਬੰਦਗੀ ਪੂਰੀ ਹੋ ਗਈ, ਤੇਰਾ ਜੰਮਣ ਮਰ ਖਤਮ ਹੋ ਜਾਏਗਾ। ਮਹਾਂਪੁਰਖਾਂ ਨੇ ਮੈਨੂੰ 500 ਸਾਲ ਮਗਰਲਾ ਦੱਸਣਾ ਸ਼ੁਰੂ ਕਰਤਾ ਸੀ। ਉਹ ਕਹਿੰਦੇ ਮੈਂ 500 ਸਾਲਾਂ ਤਾਂ ਦੱਸ ਸਕਦਾ। ਉਹ ਮੈਨੂੰ ਦੱਸੀ ਗਏ, ਅੱਜ ਤੋਂ ਜਿਹੜਾ ਪਹਿਲਾ ਜਨਮ ਤੇਰਾ ਆ ਸੀ, ਦੂਜਾ ਫਿਰ ਤੂੰ ਆ ਸੀ, ਤੀਜੇ ਤੂੰ ਆ ਸੀ, ਚੌਥੇ ਤੂੰ ਆ ਸੀ, ਪੰਜਵੇਂ ਤੂੰ ਆ ਸੀ, ਛੇਵੇਂ 'ਚ ਆ ਸੀ, ਹੁਣ ਤੇਰਾ ਕਿ 7ਵਾਂ ਜਨਮ ਚੱਲ ਰਿਹਾ ਹੈ। ਹੁਣ ਦੱਸਿਆ ਮੈਨੂੰ, ਕਹਿੰਦੇ ਇੰਨੇ 100 ਸਾਲ ਹੋ ਗਏ ਤੈਨੂੰ ਭਜਨ ਬੰਦਗੀ ਕਰਦੇ ਆ, ਪਰ ਦੇਖੋ ਅਜੇ ਵੀ ਪੂਰੀ ਨਹੀਂ ਹੋਈ। ਬੜਾ ਸਮਾਂ ਲੱਗ ਜਾਂਦਾ ਹੈ। ਜਿੱਦੇ ਭਜਨ ਬੰਦਗੀ ਪੂਰੀ ਹੋ ਗਈ, ਉਹਦੇ ਦੁਬਾਰਾ ਜਨਮ ਹੀ ਨਹੀਂ ਲੈਣਾ ਪੈਣਾ, ਉਹਦੇ ਬ੍ਰਹਮ ਗਿਆਨ ਹੋ ਜਾਣਾ ਹੈ, ਅਤੇ ਬ੍ਰਹਮ ਗਿਆਨੀ ਦੁਬਾਰਾ ਜਨਮ ਨਹੀਂ ਲੈਂਦਾ। ਹਾਂ, ਪਰਮਾਤਮਾ ਉਹਨੂੰ ਕੋਈ ਡਿਊਟੀ ਲਾ ਦੇ ਕਿ ਜਾ ਭਾਈ ਤੂੰ ਫਲਾਣੇ ਥਾਂ 'ਤੇ ਜਨਮ ਲੈ, ਆਹ ਕੰਮ ਕਰਨਾ ਹੀ ਤੂੰ, ਇਹ ਕੰਮ ਕਰਕੇ ਤੂੰ ਵਾਪਸ ਹੀ ਮੇਰੇ ਕੋਲ ਆ ਜਾਣਾ। ਉਹ ਪਰਮਾਤਮਾ ਕਈ ਵਾਰੀ ਡਿਊਟੀ ਲਾ ਦਿੰਦਾ, ਜਨਮ ਨਹੀਂ ਹੁੰਦਾ। ਤਾਂ ਕਿ ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰ ਪੁਕਾਰੀ ਆਏ। ਉਹ ਤਾਂ ਪਰ ਪੁਕਾਰ ਲਈ ਪਰਮਾਤਮਾ ਨੂੰ ਭੇਜਦਾ, ਜਾਓ ਆਹ ਕੰਮ ਕਰਨਾ, ਇਹ ਕੰਮ ਕਰਨਾ। ਮਨੁੱਖ ਨੂੰ ਪਤਾ ਹੁੰਦਾ ਕਿ ਮੈਨੂੰ ਆਹ ਕੰਮ ਲਈ ਭੇਜਿਆ, ਉਹ ਉਹੀ ਕਰਦਾ, ਅਤੇ ਜਿੱਥੋਂ ਵਾਪਸ ਪਰਮਾਤਮਾ ਕੋਲ ਉੱਥੇ ਵਾਪਸ ਚਲੇ ਜਾਂਦਾ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਜੇ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ। ਜਿਸ ਸਰੀਰ ਦੇ ਵਿੱਚ ਪਰਮਾਤਮਾ ਦਾ ਸਿਮਰਨ ਹੈ, ਪਰਮਾਤਮਾ ਦਾ ਨਾਮ ਹੈ, ਉਸ ਵਿਅਕਤੀ ਨੂੰ ਤੁਸੀਂ ਮੁਕਤ ਸਮਝੋ ਤਾਂ ਜਿਉਂਦੇ ਹੀ ਮੁਕਤ ਹੈ। ਤੇ ਨਰ ਹਰ ਅੰਤਰ ਨਹੀਂ, ਉਸ ਵਿਅਕਤੀ ਵਿੱਚ ਤੇ ਪਰਮਾਤਮਾ 'ਚ ਕੋਈ ਫਰਕ ਨਹੀਂ। ਨਾਨਕ ਸਾਚੀ ਮੰਨ, ਹੇ ਇਨਸਾਨ ਇਹ ਸਾਡੀ ਗੱਲ ਤੂੰ ਸੱਚੀ ਮੰਨ ਲੈ। ਜਿਸ ਹਿਰਦੇ 'ਚ ਪਰਮਾਤਮਾ ਦਾ ਨਾਮ ਵਸ ਗਿਆ ਨਾ, ਕਹਿੰਦਾ ਉਹ ਇਨਸਾਨ ਅਤੇ ਪਰਮਾਤਮਾ 'ਚ ਕੋਈ ਫਰਕ ਨਹੀਂ ਹੁੰਦਾ, ਇੱਕੋ ਰੂਪ ਹੋ ਜਾਂਦੇ ਨੇ, ਇੱਕੋ ਰੂਪ ਹੋ ਜਾਂਦਾ। ਦਸਮ ਪਾਤਸ਼ਾਹ ਆਪ ਕਹਿੰਦੇ ਨੇ, ਪਰਮਾਤਮਾ ਵਿੱਚ, ਮੇਰੇ ਵਿੱਚ ਅਤੇ ਖਾਲਸੇ ਵਿੱਚ ਕੋਈ ਫਰਕ ਨਹੀਂ। ਕਹਿੰਦੇ ਪਰਮਾਤਮਾ ਵਿੱਚ, ਮੇਰੇ ਵਿੱਚ ਅਤੇ ਮੇਰੇ ਖਾਲਸੇ 'ਚ ਕੋਈ ਫਰਕ ਨਹੀਂ। ਖਾਲਸਾ ਗੁਰੂ ਰੂਪ ਹੋ ਗਿਆ, ਗੁਰੂ ਰੱਬ ਰੂਪ ਹੈ, ਇਸ ਲਈ ਖਾਲਸਾ ਵੀ ਰੱਬ ਰੂਪ ਹੋ ਗਿਆ। ਮਗਰ ਲਿਖਣ ਨਾਲ ਜੈਮਲ ਸਿੰਘ ਖਾਲਸਾ, ਇਹ ਨਹੀਂ ਖਾਲਸਾ ਬਣ ਜਾਏਗਾ। ਕਈ ਲਿਖਿਆ ਹੁੰਦਾ, ਬੜੀ ਖੁਸ਼ੀ ਨਾਲ ਲਿਖਣ, ਹੋ ਸਕਦਾ ਖਾਲਸੇ, ਹੁਣ ਮੈਂ ਕੋਈ ਡਾਊਟ ਨਹੀਂ ਕਰਦਾ, ਪਰ ਜੇ ਕਿਸੇ ਨੂੰ ਉਂਝ ਹੀ ਲਿਖ ਲੈ ਅਤੇ ਅੰਦਰ ਖਾਲਸੇ ਵਾਲੇ ਗੁਣ ਨਹੀਂ ਹੈਗੇ। ਖਾਲਸੇ ਦੀ ਡੈਫੀਨੇਸ਼ਨ 10ਵੇਂ ਪਾਤਸ਼ਾਹ ਨੇ ਬੜੀ ਲੰਮੀ ਚੌੜੀ ਦਿੱਤੀ ਹੈ। ਜੇ ਕੋਈ ਉਸ ਡੈਫੀਨੇਸ਼ਨ ਦੇ ਅਨੁਸਾਰ ਕਿਸ ਦਾ ਜੀਵਨ ਹੈ, ਉਹ ਵਾਕਈ ਖਾਲਸਾ ਹੈ, ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਕੋਈ ਫਰਕ ਨਹੀਂ ਹੈਗਾ। ਉਹਨੇ ਸਰੀਰ ਤਿਆਗਣ ਤੋਂ ਬਾਅਦ ਦਸਮ ਪਾਤਸ਼ਾਹ ਕੋਲ ਹੀ ਜਾਣਾ, ਕਿਉਂਕਿ ਉਹਨਾਂ ਦੇ ਰੂਪ ਹੋ ਗਿਆ ਨਾ। ਤੁਸੀਂ ਜਿਸ ਦਾ ਰੂਪ ਹੋ ਜਾਓਗੇ, ਸਰੀਰ ਤਿਆਗਣ ਤੋਂ ਬਾਅਦ ਉਹਦੇ ਕੋਲ ਹੀ ਜਾਓਗੇ, ਉਸਦੇ ਪਾਸ ਹੀ ਜਾਓ। ਅਤੇ ਗੁਰੂ ਸਾਰੇ ਹੀ ਸੱਚਖੰਡ 'ਚ ਰਹਿੰਦੇ ਨੇ, ਇਹ ਬੰਦਾ ਫਿਰ ਸੱਚਖੰਡ ਨੂੰ ਚਲੇ ਜਾਂਦਾ। ਅੱਗੇ ਕਹਿੰਦੇ, ਏਕ ਭਗਤ ਭਗਵਾਨ ਜਿਹੇ ਪ੍ਰਾਣੀ ਕੈ ਨਾਹੀ ਮਨ। ਇਹ ਬਹੁਤ ਸਾਰੇ ਪਾਠੀ ਇਹ ਲਾਈਨ ਗਲਤ ਪੜ੍ਹਦੇ ਨੇ। ਉਹ ਕਹਿੰਦੇ ਏਕ ਭਗਤ ਭਗਵਾਨ ਜਿਹੇ ਪ੍ਰਾਣੀ ਕੈ ਨਾਹੀ ਮਨ, ਐਂ ਪੜ੍ਹਦੇ ਨੇ।
इस तरह नहीं पढ़ना। एक भगत भगवान इत्थे रुकना। जिह प्राणी कै नाहे मन, जिस प्राणी दे मन च परमात्मा की भगती ही नहीं है। एक भगत भगवान, भगवान की भगती ही जिहड़ी है जिस प्राणी के मन च नहीं। जे प्राणी कै नाहे मन, जिस प्राणी के मन विच परमात्मा की भगती ही नहीं, कहते उन्होंने बंदा नहीं कहना चाहिए। जैसे सूकर सुआन नानक मानो ताहे तन, उसके शरीर नूं तो इस तरह समझो, सूकर हुंदा सूर, सुआन हुंदा कुत्ता। उन्होंने कहते बंदा ना समझो। देखो किड्डी वड्डी गाल है, किड्डी वड्डी चिड़क है। गाल ही है ना, सिर्फ शब्दों का फर्क है। किसी नूं कहना तू सूर है, तू कुत्ते है। साडे वर्गा किसी नूं कह दे तू सूर है, तू कुत्ता वाला, तुहानूं फड़ लेगा। तू कौन है मैनूं सूर कुत्ता कहने वाला? ये तो गुरु महाराज कह रहे हैं ना, इस करके असीं सह लेने। बंदा कह के सन दिखावे कोई भी तू सूर है, तू कुत्ता है, अगला लड़ पेगा। तुहानूं बोलन दा चज नहीं है, तुसीं मैनूं सूर कहने हो। ये बिरतियां होंदियां ने। एक बारी एक सूर गंदी नाली दे विच बैठा है, लिबड़िया तिबड़िया। नारद जी आकाश च जा रहे ने, उन्होंने तरस आ गया, बेचारा की लिबड़िया होया है। नारद जी हेठां आए, सूर दी बोली च बोलते ने। तुसीं कहोगे सूर दी बोली भी बोली जा सकती है। ब्रह्म ज्ञानी संसार दीयां सारियां बोलियां बोल सकता हुंदा है। गुरु नानक दे किसी स्कूल कॉलेज च नहीं पढ़े, कोई अरबी फारसी नहीं पढ़े, पर जदों अरब देश च गए उत्थे पंजाबी थोड़े बोले। हो अरब देश वाले तो अरबी बोलते हैं, उन्होंने तो हिंदी पंजाबी नहीं आती। जदों मक्के गए ने, आखिरकार किसी नाल तो उन्हें गल की मुसलमान नाल, फिर अरबी भाषा च की है। किसी स्कूल च नहीं पढ़े, किसी कॉलेज च नहीं पढ़े। ना ये कोई सबूत मिलता कोई ना फलाना ग्रंथ जी संस्कृत का पढ़े या अरबी फारसी का पढ़े। वो ब्रह्म ज्ञानी सन जन्म तो। कई ऐसे होंदे ने जिन्होंने संसार दी सारियां बोलियां अपने आप ही आउंदियां हुंदियां हन। इसलिए नारद जी सूर दी बोली च बोल रहे तो उन्हें समझ आवे। जो हिंदी पंजाबी बोलते सूर नूं की समझ आउणी की कह रहे। मैं एक अनपढ़ जट है तो मैं उहदे नाल अंग्रेजी च गल करदा, उन्होंने की पता की कह रहा है, की कह रहे। कोई एक फौजी सी, उदों अंग्रेज़ों का राज से बहुत उर्दू बोलते थे फौजी, ताकि एक दूजे को समझ सकन। फारसी दे विच पानी नूं आब कहते हैं, आब, आड़े नूं करना बब्बा आब। तां कहते पंजाब पंज आब, इत्थे पंज पानी ने, पंज दरिया ने, इहदा नाम रखा पंजाब। उन्हें किते पानी का सिख लिया शब्द आब। घर आया छुट्टियां च, मां सी घर, बहुत ज़्यादा बीमार हो गया। बीमारी च कह रहा आब आब आब, मां नूं समझ नहीं आ रही पुत्र की मंग रहा। वो तड़फ के मर गया। अगले दिन पढ़े लिखे कोई आ गए, कहते माता जी वो मारदिया हुए की कहता सी, कुछ कहता सी तुहानूं? कहते वो आब आब करता सी। कहते तो पानी मंगता सी। कहते फिर दस है, फिर तू सीधे कहते बेबे पानी दे। कई बार असीं अपनी मूर्खता करके मर जाने। सिख लिया भी आब नहीं, वो तो होर हुंदे ने लोग, वो तो होर रूहां हुंदियां जिन्हां नूं संसार दीयां सारियां बोलियां आउंदियां हुंदियां। सो गुरु महाराज कहंदे जेड़ा व्यक्ति परमात्मा दा नाम नहीं ना जपदा, एक भगत भगवान जिह प्राणी कै नाहे मन,
जिस प्राणी के मन च परमात्मा की भजन बंदगी नहीं ना, जैसे सूकर सुआन नानक मानो ताहे तन। जिवें सूर का शरीर हुंदा है, कुत्ते का शरीर हुंदा है, उन्होंने बंदे का शरीर ना समझो, ये समझो ये तो सूर है, ये तो कुत्ता है। नारद जी सूर नूं कहंदे मैं चलिया स्वर्ग नूं जाना, कहंदा पहले मैनूं ये दस स्वर्ग च हुंदा की है। वो कहंदा बहुत सुंदर धरती है, बड़े बाग बगीचे ने, खाण पीण की कोई कमी नहीं हैगी। सूर कहंदा मैनूं ये दसो जी उत्थे गंदियां नालियां हुंदियां? नारद जी कहंदे नहीं, गंदी नाली नहीं हुंदी। कह तां नहीं मैं जांदा, तां नहीं मैं जांदा। ये गुरु महाराज मनुख नूं कह रहे आ तैनूं स्वर्ग लै चलना, तेरे जीवन नूं स्वर्ग बना दा। ये कहदा ना मैं तो गंदी नाली च लेटना। हुण गुरु उत्थे की करे वे? नारद की करे? नारद चाहुंदा आ तैनूं स्वर्ग च लै जा, ते वो शर्त लाउंदा उत्थे गंदियां नालियां हैगियां। वो कहदा नहीं, कहता नहीं मैं जांदा। साडे एक रिश्तेदार से कहता जे मैंने रब ने पूछा बोल स्वर्ग जाना है नरक जाना है, कित्थे जाना है? हुण मैं कहना मैनू नहीं स्वर्ग नरक का पता, जिथे मेरे दोस्त गए ना मर के बस उत्थे भेज दे, घुट घुट पीआंगे अपने गल्लां पता करांगे। जे तू स्वर्ग च भेजता मेरा तो जाणू कोई नहीं होनी, उत्थे सारे चौंकड़ियां मार के बैठे होणगे, मेरा जी नहीं लगना। भावें हसदे ही कहंदे सन। मनुख स्वर्ग जाण नूं तैयार नहीं है। ये ओहे जी बस ये रोल खुल के जीवन जीवन वाला है। बाणी कहते ओ तुहाडे जीवन नूं स्वर्गी जीवन बना दिए, क्यों नरक भोगी जा रहे हो? नहीं बंदा मनदा, ये मनदा ही नहीं है। परमात्मा ने गुरु ते भेजे ही इसे लिए सन कि जाओ मनुख के जीवन नूं स्वर्ग बना दो। मनुख अगों मनदा ही नहीं है। हुण जिहने मनना ही नहीं है वो तो की करेगा कोई? जिवें कई पुत्र नलायक निकल आउंदे, माँ प्यो दी नहीं मनदे। माँ प्यो कहंदे पुत्र नशा ना कर, बर्बाद हो जाएगा, तू मर जाएगा। नहीं हटदा, नहीं हटदा, नहीं मनदा। हालांकि माँ प्यो ठीक कह रहे हैं, वो नहीं मन रहे। गुरु मां ठीक कहते हैं, सिख नहीं मन रहा। धक्के थोड़े जे खा रहे, खाई जावे फिर हुण वो की करना। इसलिए कहते हे इंसान तू अपने बंदा, जे तू नाम नहीं ना जपदा तू बंदा नहीं है। सूकर तू सूर है, सुआन तू कुत्ता है। तेरा शरीर बंदे का नहीं है, तेरा शरीर तो सूर ते कुत्ते का है। इदों उपर मेरा ख्याल होर कुछ नहीं कहा जा सकता। इदों सख्त शब्द नहीं वरते जा सकते हैं। मैं कह हैरान हो जाना भी हैं इदों सख्त होर की शब्द वरते जा सकते हैं। और तू सूर है, तू कुत्ता है, तू गधा है। हाँ इतने हाँ वरते चलो गधे जे जरा मूर्ख होवे उन्होंने कहते गधा है। जरा बिल्कुल दिमाग ना कहा जा घुगूआ, कबूतर नूं घुगू ही कहते हैं। ये जे पता ये घुगू क्यों कहते हैं? इनू मूर्ख नूं घुगू कहते हैं। कबूतर बैठा है, बिल्ली आ रही है, बिल्ली नूं वेख कबूतर अखा बंद कर लेंदा। बे मैनू बिल्ली नहीं दिखती, मैं बिल्ली नूं नहीं दिखता, तो बिल्ली वही आके तुहानूं मरोड़ दिंदी है। इसलिए इनू घुगू कहते हैं। तो जिहड़ा बंदा मूर्ख उहनूं भी घुगू कह जा घुगूआ, इसलिए कहते घुगू। तो जा गधा है इस भी कोई अकल नहीं हुंदी। गधे नूं तुसीं नहाओ धोआओ, सेंट ला दो, उन्होंने छड़ दो, वो मिट्टी च लेटूगा। हाथी च भी इस तरह ही है। हाथी नहा धोआ दो तुसीं, मुड़ के की है चिक्कड़ सुंड च पा के अपने उत्ते पा लेंदे मुड़ के, ज्यों कुंचर इशनान। उन्होंने नहाया, उन्हें चिक्कड़ फिर अपने उत्ते पा लिया जैसे थे। गधे ने नहाया, वो मिट्टी च लेटन लग गया है। उनके PTI कहते हैं जैसे थे, पहले को सावधान हो गए, फिर क्या हो गया जैसे थे।
ये बंदा जैसे थे हो जाता है। जे साफ ही रहे फिर तो गल बन गई कि नहीं। ये फिर अपने अपने मैले कर लेंदा। बंदा मिट्टी पा के नहीं अपने अपने मैले करता, माड़े काम करके मैले कर लेंदा। बाणी पढ़ी साफ हो गया, सिमरन किया साफ हो गया, फिर माड़ा काम किया मैला हो गया, उत्थे रह गए। जिथों तुरया सी रात तक उत्थे ही रह गए, सफ़र तो होया ही कोई ना। बाणी पढ़ी सिमरन किया, किन्ने घंटिया जाके मन साफ होया, मगर वो माड़ा काम कर लिया, वो मन फिर मैला हो गया जैसे थे। इसलिए तरक्की हुंदी ही नहीं बंदे, सारी उम्र लगा रहिंदा है। आत्मक तरक्की इसलिए नहीं हुंदी। आत्मक तरक्की तां हुंदी है जे मुड़ के मन ते मैल ना लगन दिती जावे, कोई माड़ा काम ना किया जावे, कोई ऐसा काम नहीं करना जिस तो गुरबाणी रोकती है, पर फिर मन नूं मैल नहीं लगेगी, फिर आत्मक तरक्की हुंदी जाएगी, हुंदी जाएगी, हुंदी जाएगी। सो अगे गुरु महाराज कहते स्वामी को गृह, इनू ग्रह नहीं पढ़ना। 99% पाठी इसनू ग्रह पढ़ते हैं, उन्होंने ज्ञान ही नहीं है कि ये तो शब्द हिंदी का है, तो हिंदी च ग्रह नहीं हुंदा, हिंदी च हुंदा गृह। गृह तो बने गृहस्थी, फलाना बंदा गृहस्थी है, विआह वरिया परिवार वाला। जिहड़ा बंदा विआह वरिया परिवार वाला होवे उन्होंने आपां की कहने, ये गृहस्थी है जी, उन्होंने गृहस्थी नहीं कहते। जे ग्रह हुंदा फिर होना सी गृहस्थी, नहीं आपां गृहस्थी कहने। ये गृह है, ये गृहो नहीं है। कई गृहो पढ़ते हैं, स्वामी को गृहो ज्यों सदा। ये गृह जिहड़ा है घर है, घर शब्द एक वचन है तो पुलिंग है। औंकड़ तो सिर्फ इसलिए लगा हुआ है, औंकड़ बोलण लई नहीं है, औंकड़ अर्थ करन लई। गुरबाणी च बेअंत लगा मात्रा ऐसियां ने ਜਿਹੜੀਆਂ बोलदियां नहीं पर उन्हां दा अर्थ हुंदा। ਐਵੇਂ नहीं वो लाइयां, वो बोलदियां नहीं हुंदियां, उन्हां नूं बोलिया नहीं जांदा, पर उन्हां दा अर्थ हुंदा। गृह घर है, आप जी नूं पता है घर पुलिंग है अते एक वचन है, इस करके हाहे नौकर लगा, बोलण लई नहीं लगा। स्वामी को गृह ज्यों सदा, स्वान तजतनी नित। नानक ए बिद हार भजो, एक मन होए एक चित। जिवें स्वामी पा मालक, तुसीं कोई कुत्ता रखिया बड़े साल दा तुहाडे कोले है, किसी कारण तुहानूं गुस्सा चढ़िया, उन्हें तुसीं दो डंडे मारे, वो चौं चौं करदा एक बारी बाहर निकल जांदा, फिर अंदर आ जांदा, जरा वो तुहाडा घर नहीं छड्डदा। किसी बंदे दे डंडे मारो, अगले छड़ के चले जाएगा, मैं नहीं तुहाडे रहिंदा, मैं इत्थे डंडे खाण आया। बंदा नहीं रहेगा। बंदे थप्पड़ डंडे ते कहते थप्पड़ मार दो तां भी नहीं तुहाडे घर रहेगा, मैं तुहाडे थप्पड़ खाण आया। ये तो कुत्ता ही है। कुत्ते नूं वफादार किया है, इसलिए कुत्ते नूं संसार जो वफादार जानवर गिणदे ने। ये अपने मालक दा वफादार है। कोई बाहरला आवे भौंकदा, अपने मालक नूं सुचेत करदा, कोई ओपरा बंदा आया सावधान हो जाओ। ते जे कुत्ते दी पेश जावे ते वड्ड भी खांदा ओपरे बंदे नूं। अंदर आया नहीं तो कुत्ते ने पाड़िया नहीं, इसलिए कई बार कुत्ते ने दिने बन के रखते हैं, रात नूं खुले छड्डदे ने भी जिहड़ा कोई कंध कुंध टप्पे बस वही पता लगे लाती पाड़ देनी है। कई कुत्ते बड़े ज़ालम हुंदे ने, वड्डे वड्डे कुत्ते हुंदे ने शेरां वांगू, बंदे की जुरत है नेड़े आ जाए उहदे। पर जे मालक उसनूं भी डंडे मारे, मैं देखे कई बार कुत्ता कोई ना कोई ऐसा काम करता, मालक नूं गुस्सा चढ़दा, 2-3 उहदे डंडे मारदा, वो चौं चौं करता बाहर निकल जाता है, पर कुछ देर बाद फिर अंदर आ जाता है। वो मालक का घर नहीं छड्डदा। स्वामी को गृह ज्यों सदा, स्वान तजत नी नित। स्वान मैंने कुत्ता,
ਜਿਵੇਂ ਕੁੱਤਾ ਕਦੇ ਵੀ ਮਾਲਕ ਦਾ ਘਰ ਨਹੀਂ ਛੱਡਦਾ। ਨਾਨਕ ਇਹ ਬਿਧ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਅਸੀਂ ਕੀ ਹਾਂ? ਜੇ ਜ਼ਿੰਦਗੀ ਦੁੱਖ ਆ ਗਿਆ ਗੁਰਦੁਆਰੇ ਨਹੀਂ ਜਾਂਦੇ। ਮੈਂ ਰੋਜ਼ ਗੁਰਦੁਆਰੇ ਜਾਂਦਾ ਸੀ, ਮੈਂ ਪਾਠ ਕਰਦਾ ਸੀ, ਮੈਂ ਸਿਮਰਨ ਕਰਦਾ ਸੀ, ਮੈਨੂੰ ਗੁਰੂ ਨੇ ਦੁੱਖ ਦਿੱਤਾ ਹੈ, ਮੈਂ ਨਹੀਂ ਜਾਂਦਾ ਅੱਗੇ ਤੋਂ। ਸਾਡਾ ਸੁਭਾਅ ਤੇ ਕੁੱਤੇ ਤੋਂ ਵੀ ਮਾੜਾ ਹੈ। ਗੁਰਬਾਣੀ ਕਹਿੰਦੇ ਜੇ ਦੁੱਖ ਦੇ ਤਾਂ ਤੁਝੇ ਅਰਾਧੀ, ਸੁਖ ਪੀ ਤੁਝੇ ਧਿਆਈ। ਹੈ ਪਰਮਾਤਮਾ, ਜੇ ਤੂੰ ਦੁੱਖ ਦੇਵੇਂਗਾ ਤਾਂ ਵੀ ਤੇਰਾ ਨਾਮ ਜਪਾਂਗਾ, ਸੁਖ ਦੇਵੇਂਗਾ ਤਾਂ ਵੀ ਤੇਰਾ ਨਾਮ ਜਪਾਂਗਾ, ਮੈਂ ਤੇਰੇ ਨਾਲ ਨਾਰਾਜ਼ ਨਹੀਂ ਹੋਣਾ। ਜਿਵੇਂ ਕੁੱਤਾ ਮਾਲਕ ਦਾ ਘਰ ਨਹੀਂ ਛੱਡਦਾ, ਅਸੀਂ ਪਰਮਾਤਮਾ ਦਾ ਦਰ ਨਹੀਂ ਛੱਡਣਾ, ਅਸੀਂ ਗੁਰੂ ਦਾ ਦਰ ਨਹੀਂ ਛੱਡਣਾ। ਗੁਰੂ ਨੇ ਸਾਨੂੰ ਕਈ ਵਾਰੀ ਝਿੜਕਣਾ ਵੀ ਹੈ, ਝਿੜਕਣਾ ਵੀ ਹੈ, ਸਜ਼ਾ ਵੀ ਦੇਣੀ ਹੈ। ਆ ਬਿਮਾਰੀਆਂ, ਮੁਕੱਦਮੇ, ਹੋਰ ਕਿੰਨਾ ਕੁਛ, ਇਹ ਸਜ਼ਾਵਾਂ ਹੀ ਨੇ ਸਾਨੂੰ, ਇਹ ਸਜ਼ਾਵਾਂ ਹੀ ਨੇ। ਵਾਹਿਗੁਰੂ ਵਾਹਿਗੁਰੂ ਕਰਨਾ ਨਹੀਂ ਛੱਡਣਾ, ਬਾਣੀ ਨਹੀਂ ਛੱਡਣੀ। ਇੱਕ ਵਾਰੀ ਮੈਂ ਢਿੱਲਾ ਹੋ ਗਿਆ, ਬਾਬਾ ਜੀ ਤੁਸੀਂ ਤਾਂ ਇੰਨਾ ਪਾਠ ਕਰਦੇ ਹੋ, ਤੁਸੀਂ ਵੀ ਬਿਮਾਰ ਹੋ ਗਏ। ਕਈ ਸਾਲਾਂ ਦੀ ਗੱਲ ਹੈ, 20 ਸਾਲ ਹੋ ਗਏ ਬਿਮਾਰ ਹੋ ਗਿਆ ਮੈਂ। 5 ਦਿਨ ਮੈਨੂੰ ਹੌਸਪੀਟਲ ਐਡਮਿਟ ਰਹਿਣਾ ਪਿਆ 20 ਸਾਲ ਪਹਿਲਾਂ। ਜਿਵੇਂ ਬਾਬਾ ਜੀ ਤੁਸੀਂ ਤਾਂ ਇੰਨਾ ਪਾਠ ਕਰਦੇ ਹੋ, ਇੰਨਾ ਸਿਮਰਨ ਕਰਦੇ ਹੋ, ਤੁਸੀਂ ਤਾਂ ਸੰਥਿਆ ਦਿੰਦੇ ਹੋ, ਤੁਸੀਂ ਵੀ ਬਿਮਾਰ ਹੋ ਗਏ ਹੋ। ਵੀ ਤਾਂ ਸਰੀਰ ਹੈ, ਸਰੀਰ ਚਾਹੇ ਗੁਰੂ ਨੂੰ ਲੱਗੇ, ਚਾਹੇ ਸੰਤ ਨੂੰ ਲੱਗੇ, ਚਾਹੇ ਸਧਾਰਨ ਬੰਦੇ ਲੱਗੇ, ਇਹ ਤਾਂ ਬਿਮਾਰ ਹੋ ਸਕਦਾ ਹੈ। 8ਵੇਂ ਪਾਤਸ਼ਾਹ ਨੂੰ ਚੀਚਕ ਨਿਕਲ ਆਈ ਸੀ, ਉਹ ਤਾਂ ਪਾਤਸ਼ਾਹ ਸਨ, ਉਹ ਤਾਂ ਪਾਤਸ਼ਾਹ ਸਨ। ਉਹਨਾਂ ਨੇ ਚੀਚਕ ਜਿਹਨੂੰ ਮਾਤਾ ਕਹਿੰਦੇ ਨੇ, ਉਹ ਨਿਕਲੇ ਸੀ, ਉਹਦੇ ਨਾਲ ਬੁਖਾਰ ਚੜ੍ਹ ਗਿਆ। ਇੰਨਾ ਬੁਖਾਰ ਚੜ੍ਹ ਕੇ ਉਹਨਾਂ ਨੂੰ ਸਰੀਰ ਤਿਆਗਣਾ ਪੈ ਗਿਆ। ਬਿਮਾਰੀ ਤਾਂ ਕਿਸੇ 'ਤੇ ਵੀ ਆ ਸਕਦੀ ਹੈ, ਇਹ ਤਾਂ ਸਰੀਰ ਹੈ। ਸੋ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਂ ਭਜਨ ਬੰਦਗੀ ਕਰਦਾ ਮੈਂ ਬਿਮਾਰ ਨਹੀਂ ਹੋਵਾਂਗਾ। ਬਿਮਾਰੀ ਕਿਸੇ 'ਤੇ ਵੀ ਆ ਸਕਦੀ ਹੈ। ਸੰਤ ਮਹਾਤਮਾ 'ਤੇ ਵੀ ਐਡਾ ਕੀਰਤਨੀਆ, ਕਿੱਡਾ ਵੱਡਾ ਪ੍ਰਸਿੱਧ ਕੀਰਤਨੀਆ ਸੀ ਜਿਹੜਾ ਪੰਜਾਬ 'ਚ ਪਹਿਲਾ ਹੀ ਵਾਰੀ ਕਰੋਨਾ ਨਾਲ ਮਰਿਆ। ਫਿਰ ਇਹ ਬਿਮਾਰੀ ਇਹ ਨਹੀਂ ਵੇਖਦੇ ਸੰਤ ਇਹਨੂੰ ਨਾ ਚੰਬੜਾ ਮੈਂ। ਇਸ ਲਈ ਸਾਰੇ ਆਪਣਾ ਬਚਾਅ ਰੱਖਦੇ ਨੇ। ਇਹ ਬਿਮਾਰੀ ਇਸ ਲਈ ਨਾਮ ਰਾਦ ਮੈਨੂੰ ਇਸ ਲਈ ਕਹਿਣਾ ਕਿ ਬਾਪੂ ਬਿਮਾਰ ਹੋ ਗਿਆ ਕਰੋਨਾ, ਕੋਈ ਧੀ ਪੁੱਤਰ ਰਿਸ਼ਤੇਦਾਰ ਦੋਸਤ ਨੇੜੇ ਜਾਣ ਨੂੰ ਤਿਆਰ ਨਹੀਂ ਹੈ, ਉਹਨੂੰ ਇਕੱਲਿਆਂ ਕਮਰੇ ਛੱਡ ਦੇਣਗੇ ਅਤੇ ਰੋਟੀ ਵੀ ਉਹਦੀ ਕੰਧ 'ਤੇ ਰੱਖ ਦੇਣਗੇ। ਜੇ ਬਾਹਰ ਆਉਂਦੀ ਨਾ ਆਪ ਤੇ ਘਰ ਛੱਡ ਜਾਣਗੇ। ਕਈ ਵਾਰ ਤਾਂ ਘਰ ਦੇ ਜੀਆਂ ਨੂੰ ਵਿੱਚ ਹੀ ਬੰਦ ਕਰ ਦਿੰਦੇ ਨੇ। ਫਿਰ ਵੀ ਜਿਹਨੂੰ ਕਰੋਨਾ ਹੋਇਆ ਹੁੰਦਾ ਉਹਨੂੰ ਅੱਡ ਕਮਰੇ 'ਚ ਰੱਖਦੇ ਨੇ, ਉਹਨੂੰ ਅੱਡ ਕਮਰੇ 'ਚ ਰੱਖਦੇ ਨੇ। ਉੱਥੇ ਉਹਦੇ ਹੀ ਭਾਂਡਿਆਂ 'ਚ ਉਹਨੂੰ ਰੋਟੀ ਦੇ ਕੇ ਆਉਂਦੇ, ਹੋਰ ਭਾਂਡੇ ਨਹੀਂ ਦਿੰਦੇ ਕਿ ਤੂੰ ਆਪਣੇ ਭਾਂਡੇ ਮਾਂਜ ਲੈ, ਉਹਦੇ ਭਾਂਡਿਆਂ 'ਚ ਉਹਨੂੰ ਰੋਟੀ ਦੇ ਕੇ ਆਉਂਦੇ। ਇਸ ਕਰਕੇ ਕਰੋਨਾ ਮਾੜਾ ਹੈ। ਹੋਰ ਕੋਈ ਬਿਮਾਰੀ ਲੱਗ ਜਾਏ ਬੰਦੇ, ਕਿੰਨੇ ਲੋਕ ਹਸਪਤਾਲ 'ਚ ਹਾਲ ਚਾਲ ਪੁੱਛਣ ਜਾਂਦੇ ਨੇ, ਕਿੰਨੇ ਜਾਂਦੇ ਨੇ। ਲੈ ਕਰੋਨਾ ਹੋ ਜਾਏ ਘਰ ਦਾ ਕੋਈ ਜੀਅ ਨਹੀਂ ਜਾਂਦਾ ਹਾਲ ਚਾਲ ਪੁੱਛਣ। ਇਹਨਾਂ ਤਾਂ ਲੋਕ ਭੂਤ ਪ੍ਰੇਤ ਤੋਂ ਵੀ ਨਹੀਂ ਡਰਦੇ ਹੋਣੇ ਜਿੰਨਾ ਕਰੋਨੇ ਤੋਂ ਡਰਦੇ ਨੇ। ਮੈਂ ਦੇਖਿਆ, ਮੇਰਾ ਖਿਆਲ ਭੂਤ ਪ੍ਰੇਤ ਤੋਂ ਵੀ ਇਹਨਾਂ ਨਾ ਡਰਦੇ ਹੁਣ ਜਿੰਨਾ ਕਰੋਨੇ ਤੋਂ ਡਰਦੇ ਨੇ। ਸਿਰਫ ਇਸ ਲਈ ਕਿ ਜੇ ਅਸੀਂ ਨੇੜੇ ਗਏ ਸਾਨੂੰ ਨਾ ਕਿਤੇ ਹੋ ਜਾਏ, ਇਸ ਕਰਕੇ। ਔਰ ਹੋ ਵੀ ਸਕਦਾ ਜੇ ਤੁਸੀਂ ਮਰੀਜ਼ ਦੇ ਨੇੜੇ ਰਹੋਗੇ, ਉਹਨੂੰ ਹੱਥ ਲਾਓਗੇ ਜਾਂ ਹੋਰ ਤੁਹਾਨੂੰ ਹੋ ਸਕਦਾ। ਸਭ ਤੋਂ ਭੈੜੀ ਇਹ, ਮੈਂ ਇਸ ਲਈ ਇਹਨੂੰ ਬਿਮਾਰੀ ਭੈੜੀ ਕਹਿੰਦਾ ਕਿ ਬੰਦੇ ਦੀ ਕੀਮਤ ਹੀ ਦਵਾਨੀ ਨਹੀਂ ਰਹਿ ਜਾਂਦੀ। ਕੋਈ ਮੜੀਆਂ 'ਚ ਜਾਣ ਨੂੰ ਤਿਆਰ ਨਹੀਂ, ਕੋਈ ਉਹਨੂੰ ਚੁੱਕ ਕੇ ਅਰਥੀ ਉਹਦੀ ਚੱਕਣ ਨੂੰ ਤਿਆਰ ਨਹੀਂ ਹੈਗਾ, ਉਹਦੀ ਅਰਥੀ ਨੂੰ ਕੋਈ ਮੋਢਾ ਦੇਣ ਵਾਲਾ ਨਹੀਂ ਹੈਗਾ। ਉਹ ਤਾਂ ਐਂਬੂਲੈਂਸ ਹੀ ਉੱਥੇ ਜਾਂਦੀ ਹੈ, ਨਾਲ 1-2 ਡਾਕਟਰ ਜਾਂਦੇ ਨੇ, ਉਹ ਚੱਕ ਕੇ ਲੱਕੜਾਂ ਦੇ ਉੱਤੇ ਸੁੱਟ ਦਿੰਦੇ ਨੇ, ਚੱਕ ਬਾਈ ਚੱਲ ਤੁਰਦਾ ਬਣ ਵੇ ਸੱਜਣਾ। ਇਸ ਕਰਕੇ ਹੋਰ ਕੋਈ ਗੱਲ ਨਹੀਂ। ਹੋਰ ਜਿੱਦੇ ਮਰਨਾ ਤਾਂ ਉਦੋਂ ਹੀ ਹੈ। ਕਈਆਂ ਨੂੰ ਕਹਿੰਦੇ ਨੇ ਕਰੋਨਾ, ਉਹ ਮੈਨੂੰ ਟੈਲੀਫੋਨ ਕਰਦੇ, ਮੈਂ ਨਾ ਤੈਨੂੰ ਕੋਈ ਕਰੋਨਾ ਨਹੀਂ, ਤੂੰ ਘਬਰਾ ਨਾ, ਤੂੰ ਮਰਦਾ ਨਹੀਂ ਹੈਗਾ।
ये 2-3 दिन बुखार होगा, ठीक हो जाएगा। अजे तक जिन्नियां ने मेरे तो पूछा, एक नूं मैं कहा मैं तेन वाकई करोना हो गई, अपना कर लै बचा, अपना कर लै बचा, तेन वाकई करोना हो गई। उन्हें अपना पुत्र लिया, कार लई, पहला गया वो ज्ञान सागर हस्पताल बनूड़ तो अगे। वो कहते साढ़े को कोई वेंटीलेटर नहीं हैगा जी, खाली असीं नहीं दाखिल कर सकते। फिर मैं हुक्मनामा लिया, फिर भी वर्धमान हस्पताल अर्बन स्टेट च, मैं हाँ तुसीं इत्थे दाखिल हो जाओ। उत्थे फिर 10 दिन वो दाखिल रहा। चौथे दिन मैं उन्होंने कहा कि उन्होंने घर दे जीआं नूं मैं हुण खतरा टल गया है। पहले दिन सी मैं क्या गया सजना, उन्होंने मैं क्या तू गया, पर मैं घर दे जीआं ने कहते बचन की कोई बहुत घट संभावना, इनू वाकई करोना हो गया है। पर चलो किस्मत चंगी सी उहदी, 10 दिन हस्पताल रह के 2 लाख रुपया दे के चलो बच गया। जदों बंदा बच जे हौली हौली उन्होंने पैसा खर्चा भुल जाता है। खर्चा भी हो जाए तो बंदा भी मर जाए फिर दुख हुंदा है भी यार खर्चा भी इन्ना हो गया तो बंदा भी नहीं बचे है। सो इसलिए गुरु महाराज कहते जिवें कुत्ता अपने मालक का दर नहीं ना छड्डदा, है इंसान तू भी अपने मालक का दर नहीं छड्डना। नानक ये बिध हर भजो, एक मन होए एक चित। एक मन एक चित हो के तुसी भी इस तरीके नाल ही नाम जपो जिवें कुत्ता अपने मालक नूं याद करता रहिंदा है। कुत्ता जदों मालक आउंदा है बाहरों पूछ लांदा है, पूछ लांदा है, स्वागत करता मालक का, खुशी प्रगट करता है। तुसी कुत्ते नूं पुचकारो वो पूछ लाउंदा है तुहाडे कोल आएगा। तुसी उहनूं फटकारो फिर पूछ हिलाएगा नहीं, वो पूछ लत्तां 'च दे के ना बाहर निकल जाएगा। मैं तजर्बे करके वेखे, मूँहों में कुछ ना बोलिया, कुदरती पोर्च बैठा कुर्सी मेरे मूँह बाहर नूं, एक कुत्ता आ गया। मैं सिर चेहरे मैं ना अंदर अपने मन च अच्छी भाव भी आओ जी जी आया नूं, वो पूछ लाउण लग पिया। मैं बोलिया नहीं मूँहों, कोई अख नाल मूँह इशारा भी कोई नहीं किया भी जिते वो इशारा समझे हो, कुछ नहीं, सीधे बैठा मैं सिर मन च क्या आओ जी जी आया नूं, ते कुत्ते ने पूछ लानी शुरू कर दी। कोई देर बाद मैं कित्थे सड़िया जिहा आ गया है, जांदे ही नहीं, उन्हें पूछ अपनी लत्तां दिती, बाहर निकल गया बिना बोलिया होया, बिना किसी इशारे दे। साडी भावना दूजे तक जाती है, जो साडी भावना दूजे प्रति भावना जाती उहदे तक। इसलिए कहते रब जिहड़ा है चाहे 2 डंडे भी मारे रब का दर नहीं छड्डना, उहदा नाम जपी जाना। जिवें कुत्ता अपने मालक नूं प्यार करदा ना, ऐं तुसीं भी परमात्मा नूं प्यार करदे हो, उहदा नाम जपी जाना। ते जिथे प्यार होएगा उत्थे बिरती आपे जुड़ जाएगी। जदों प्यार होएगा ना, ये बाणी च नाम च बिरती आपे जुड़ जाएगी। जदों गुरु नाल नहीं प्यार, रब नाल प्यार नहीं, फिर जी मेरा मन नहीं लगता, मैं मन किवें लगे? प्यार तो तेरे किसी होर नाल है, तो हुण रब नाल किवें होएगा? एक नाल ही होएगा ना, 2 नाल थोड़ा ही हो सकता। साडा संसारिक चीज़ां नाल प्यार है, इसलिए गुरु नाल रब नाल प्यार पैंदा ही नहीं है, नहीं पैंदा। ए बुला अपने गुरु अनायत शाह नूं मिलन चलिया गया है। अराई हुंदे ने, वो अराई याददा सी, जिहड़े सब्जियां सुब्जियां बीजदे ने, अराई नहीं भी याददा सी। बुला सैयद सी, सैयद जिहड़े ने अपने आप नूं मुहम्मद साहब की कुल च समझते हैं। जिवें हिंदुस्तान ब्राह्मण अपने आप को उच्चा समझते हैं, तो जिहड़ा है नीवीं जात नूं शूदर कहते हैं। इस्त्री अराई ने, गुरु अराई है, बुल्ले शाह सैयद है, उच्ची जात दा है, वो नीवीं जात दा है। वो गंढे ला रहा सी गुरु अनायत शाह, पनीरी गंढियां दी एक थां तो पुट के दूजे थां ते ला रहा सी। इन्ने चिर बुल्ला पहुँच गया, कहता गुरु जी रब किवें मिलदा है? कहता बुल्लिया रब दा की पाउणा,
इधरों पुटना इधर लाउणा। मन नूं संसार वालों तू पुट लै, रब वाल ला लै, मिल जाएगा। बस होर की है। असी रब वाले पासे लाउण तां करदे हां, पर साडीआं जड़ां संसार च इन्नियां डूंघियां पट ही नहीं हुंदियां, पट नहीं हुंदियां। पर रब वाल नूं जांदे होए संसार ही याद आई जांदा, मुड़ मुड़ के फिर उधर जांदा। कोशिश अपने वालों कर रहे गुरु वाल जाण नूं, नाम सिमरन कै परमात्मा वाल जाण नूं, पर संसार च जड़ा इन्नियां जबरदस्त लगी हुई, मुड़ मुड़ के संसार याद आंदा, मुड़ मुड़ के संसार याद आंदा। जदों संसार वालों पटिया गया उदों गुरु वाल जुड़ गया है। भुलिया रब दा की पाउणा, इधरों पटना इधर लाउणा। संसार वालों मन नूं पुटना, रब वाले पासे नूं लाउणा। सो सत्कारयोग साध संगत, जिन्ना समा मिले भजन बंदगी करो। नहीं तो देखो किन्ना गुरु महाराज सानू झिड़के कह, जे तुसी भजन बंदगी नहीं करते तो तुसी आ शरीर नूं बंदे दा शरीर ना समझो, समझो तुसी कुत्ते दा शरीर हो, तुसी सूर दा शरीर हो। इदों उपर होर की गुरु महाराज सानू कह सकते हैं। इसलिए गुरु दी नज़रां च असीं सूर नहीं बनना, असीं कुत्ता नहीं बनना, असी बंदे बनना है। बंदे नूं कह बंदा बन जा बंदा, जानते ने। मझ नूं कदे नहीं कहता मझ बन जा मझ, नहीं कहते। कुत्ते नूं कदे नहीं कहते तू कुत्ता बन जा। बंदे नूं कहते बंदा बन जा बंदा। कहता मैं बंदा बंदा नहीं ना, तां ही कहते ने। बाकी जो है वही ने, वही ने। गधे नूं कदे नहीं कहता और तू गधा बन जा ना, बंदे नूं कहते ने। बंदा बन जा बंदा। सो असी बंदे बनना। तुसीं कह बंदा किनूं कहंदे ने? बंदा सो जो बंदगी कहे, बंदा वो जिहड़ा बंदगी करता है, उन्हें बंदा कहते हैं। जिहड़ा बंदगी करता उन्हें बंदा कहते हैं, तो जिहड़ा नहीं करता वो सूकर सुआन है, उन्होंने कुत्ता ਜਾਂ सूर कहा जाता है गुरबाणी जी। इसलिए गुरु महाराज किरपा करन साढ़े ते ये जिहड़ा है ना एक ऐसा कलंक लगे, असी भजन बंदगी करके अपना जीवन सफला करिए, गुरु महाराज की खुशी प्राप्त करिए। वाहिगुरू जी का खालसा, वाहिगुरू जी की फतेह।